गुरु जी का खालसा वाहिगुरु जी की फतेह। गुरु पातशाह श्री गुरु ग्रंथ साहिब सच्चे पातशाह जी दी सुभागी गोद विच बड़े ही अदब अते सत्कार सहब शाम दे दीवाना विच आप जी जुड़ बैठे हो। सतगुरां दी कृपा दे पात्र हो, जिन्हां नूं इह सुभाग समा प्राप्त होया है। आओ रल मिल के उस अकाल पुरख वाहिगुरु दे गुणां दा गायन करिए। गुर इतिहास दे पावन प्रसंगां विचों आप जी ने सरवण कीता सी। जगत गुर बाबा गुरु नानक साहिब जो ही भाई मरदाना जी दे नाल हास बलास दे बचन कर रहे ने, सिद्धां दे विचों भंगड़नाथ चल के आए। गुरु नानक पातशाह जी नूं रोक के पुछदे ने, तुसीं अगे किथे जा रहे हो? गोरख नूं गुरु धारण करो। कौन हो तुसीं? गुरु नानक साहब सच्चे पातशाह जी ने आखिया, तेरा गुरु ते आप हंकारिया फिरदा है। जो अपने राह तो भटकिया होवे वो किसी नूं चंगे ते सीधे राह की पा सकता है। तुहाडा मन टिकाणे नहीं, भगवे कपड़े पा के शरीर ते सवाह मल के हंकार करी फिरदे हो, रब दे घर तो ते दूर हो। जदों भंगड़नाथ ने गुरु नानक पातशाह के वचनों को सुनिया, एक बार शरीर कंब गया। हर गल विच इह हाजिर जवाब हैं। सतगुरु कहंदे, तेरी मां ते मां दा सिर मनिया। जदों ये रमज समझ आ गई ना, सिद्धां दे विचों भंगड़नाथ बड़े शर्मिंदे होए। इन्हां सारे प्रकरणां नूं आप जी ने विस्तार सहित सरवण कीता है। जो आप जी सरवण कर रहे हो, ये एक जंग है, बचनां दी जंग, जिस विच एक पासे सिद्धां दीयां टोलियां ने, दूजे पासे आप गुरु नानक पातशाह ने। आओ प्रेम दी पाओ सांझ, आसीस बख्शो, गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। जोग की जोगत नह जानी तै बेमत। निज जोगी हो कहत जोग हूं ते अनजान हो। पहले पातशाह गुरु नानक देव जी भंगड़नाथ के सवालों का जवाब दे रहे ने। सतगुरु कहते, पहला तू दस, शरीर करके तन करके योगी बनया फिरदा है, योग दी ते मत नहीं तेरे कोले।
ਕੰਨਾਂ ਵਿੱਚ ਮੁੰਦਰਾਂ ਪਵਾ ਲਈਆਂ, ਭਗਵੇ ਕੱਪੜੇ ਪਾ ਲਏ, ਸਿਰ ਤੇ ਜਟਾ ਜੂਟ ਹੋ ਗਿਆ ਹੈ। ਕੀ ਇਹ ਜੋਗੀਆਂ ਦੀ ਨਿਸ਼ਾਨੀ ਹੈ? ਭੰਗੜਨਾਥਾ ਜੋਗੀ ਤੇ ਉਹਨੂੰ ਕਿਹਾ ਜਾਂਦਾ ਜਿਹਦਾ ਹਿਰਦਾ ਜੁੜਿਆ ਹੋਵੇ, ਮਨ ਤੇ ਤੁਹਾਡਾ ਜੁੜਿਆ ਹੀ ਕਦੇ ਨਹੀਂ। ਉਹ ਤੇ ਹਉਮੈ ਵਿੱਚ ਛਾਲਾ ਮਾਰਦਾ ਏ। ਉਹਦ ਹੈ ਵਧਾਈ ਕੂਰ, ਪੰਥ ਸੁਭ ਰਹਿਓ ਦੂਰ। ਲੰਬੀਆਂ ਉਮਰਾਂ ਵਧਾਈ ਫਿਰਦੇ ਹੋ, ਆਖਰਕਾਰ ਉਮਰਾਂ ਵੀ ਤੇ ਸਰੀਰ ਵੀ ਨਾਸ਼ਵੰਤ ਝੂਠਾ ਏ। ਉਮਰ ਲੰਮੀ ਹੋ ਗਈ, ਤੁਹਾਡੇ ਮਨ 'ਚ ਭਰਮ ਪੈ ਗਿਆ ਸ਼ਾਇਦ ਕਿਤੇ ਮੌਤ ਤੋਂ ਬਚ ਗਏ। ਮੌਤ ਨਿਸ਼ਚਿਤ ਅਟਲ ਸਚਾਈ ਹੈ। ਆਉਣਾ ਇਹਨੇ ਅੱਜ ਵੀ ਹੈ ਤੇ ਆਉਣਾ ਇਹਨੇ ਗੱਲ ਵੀ ਹੈ। ਲੱਖ ਯਤਨ ਕਰਕੇ ਵੀ, ਸਿੱਧ ਬਣ ਕੇ ਵੀ, ਸਿੱਧੀਆਂ ਲਾ ਕੇ ਵੀ ਤੁਸੀਂ ਇਹਦੇ ਤੋਂ ਬਚ ਨਹੀਂ ਸਕਦੇ। ਸਹਿਜ ਸਰੂਪ ਕੋ ਅਧੂਰ ਕਿਵ ਜਨ ਹੋ। ਪਰ ਤੁਸੀਂ ਤੇ ਉਸ ਸਾਹਿਬ ਪਰਮਾਤਮਾ ਪਰਮੇਸ਼ਵਰ ਨੂੰ ਆਪਣੇ ਨੇੜੇ ਜਾਣੀਆਂ ਹੀ ਕਦੇ ਨਹੀਂ। ਗੱਲਾਂ ਰੱਬ ਦੀਆਂ ਕਰਦੇ ਹੋ ਪਰ ਗੱਲਾਂ ਹੀ ਕਰਦੇ ਹੋ। ਨਾ ਰੱਬ ਵੇਖਿਆ, ਨਾ ਰੱਬ ਨੂੰ ਮਿਲੇ, ਨਾ ਉਹਦੇ ਮਿਲਣ ਦੇ ਰਾਹ ਤੇ ਚੱਲੇ। ਯੋਗੀ ਬਣ ਕੇ ਇੱਕ ਦੂਜੇ ਨੂੰ ਮੱਥੇ ਟਿਕਾਉਣ ਲੱਗੇ ਹੋਏ, ਉਹ ਫਲਾਣਾ ਯੋਗੀ ਵੱਡਾ, ਉਹਦੀ ਉਮਰ ਵੱਡੀ। ਗੁਰੂ ਬਾਬਾ ਜੀ ਕਹਿੰਦੇ ਤੁਹਾਡੀਆਂ ਉਮਰਾਂ ਦਾ ਸਾਨੂੰ ਕੀ ਭਾਵ? ਤੁਹਾਡੇ ਪਾਏ ਲਿਬਾਸ ਦਾ ਕਿਸੇ ਦਾ ਕੀ ਸਵਾਰੇਗਾ? ਅੱਜ ਦੇ ਸਮੇਂ ਕੋਈ ਆਖੇ ਜੀ ਫਲਾਣੇ ਬਾਬੇ ਦੀ ਬੜੀ ਬੰਦਗੀ ਹੈ, ਉਹਦੇ ਬੜੇ ਪਹੁੰਚੇ ਹੋਏ ਆ। ਭਾਈ ਪਹੁੰਚਿਆ ਉਹ ਹੋਊਗਾ, ਸਾਨੂੰ ਉਹਦੇ ਪਹੁੰਚਣ ਨਾਲ ਕੀ ਮਿਲ ਜਾਣਾ? ਸਾਨੂੰ ਤੇ ਫਲ ਉਦੋਂ ਮਿਲਣਾ ਜਦੋਂ ਅਸੀਂ ਆਪ ਨਾਮ ਜਪਾਂਗੇ। ਸਾਨੂੰ ਤੇ ਆਪ ਕੀਤੀ ਸੇਵਾ ਦਾ ਫਲ ਮਿਲਣਾ। ਕੋਈ ਬ੍ਰਹਮ ਗਿਆਨੀ ਹੈ, ਕੋਈ ਪਹੁੰਚਿਆ ਹੋਇਆ, ਸਾਨੂੰ ਕੀ ਫਾਇਦਾ ਹੈ? ਜਿਵੇਂ ਸਾਡੇ ਮਹੱਲੇ ਵਿੱਚ, ਸਾਡੇ ਨਗਰ 'ਚ ਕੋਈ ਕਰੋੜਪਤੀ ਹੈ, ਕੋਈ ਅਰਬਪਤੀ ਹੈ, ਸਾਨੂੰ ਕੋਈ ਭਾਅ ਹੈ ਉਹਦਾ? ਸਾਨੂੰ ਕੋਈ ਫਾਇਦਾ ਹੈ? ਕਿਸੇ ਦਾ ਤਪ, ਕਿਸੇ ਦੀ ਬੰਦਗੀ, ਕਿਸੇ ਦਾ ਸਿਮਰਨ ਸਾਡਾ ਕੀ ਸਵਾਰੇਗਾ? ਗੁਰੂ ਨਾਨਕ ਸਾਹਿਬ ਕਹਿੰਦੇ ਯੋਗੀ ਤੁਸੀਂ ਉਮਰਾਂ ਤੁਸੀਂ ਵਧਾਈ ਫਿਰਦੇ ਹੋ, ਤੁਹਾਡੀਆਂ ਲੰਮੀਆਂ ਉਮਰਾਂ ਦਾ ਲੋਕਾਂ ਨੇ ਕੀ ਅਚਾਰ ਪਾਉਣਾ? ਪ੍ਰਜਾ ਤੇ ਅੱਜ ਵੀ ਦੁਖੀ ਹੈ, ਦੁਨੀਆ ਤੇ ਅੱਜ ਵੀ ਆਪਣੇ ਦੁੱਖਾਂ ਤੋਂ ਪਰੇਸ਼ਾਨ ਹੈ। ਤੁਸੀਂ ਪਰਬਤਾਂ ਵਿੱਚ ਲੁਕੇ ਬੈਠੇ ਹੋ। ਸਵਈਆ ਜੋ ਸੁਣ ਧੂਸਨ ਹੋਤ ਪਇਓ, ਉਨ ਭੰਗਰ ਨਾਥਨ ਬਣੀ ਅਲਾਈ। ਸਤਿਗੁਰ ਕਹਿੰਦੇ ਕੱਚਾ ਤੂੰ ਤੇ ਕੱਚਾ ਤੇਰਾ ਗੁਰੂ, ਮਾਏ ਮੁੰਡੋ ਤੇ ਗੁਰੂ ਕੀ ਜਾਤੇ ਪਰ ਨਾ ਜਾਏ। ਉਸ ਗੁਰੂ ਦੀ ਮਾਂ ਦਾ ਸਿਰ ਮੁੰਨ ਦੇਣਾ ਚਾਹੀਦਾ ਹੈ। ਜਿਸ ਗੁਰੂ ਤੋਂ ਆਪਣੇ ਚੇਲਿਆਂ ਦਾ ਭਰਮ ਨਾ ਕੱਟਿਆ ਜਾਏ। ਜਦੋਂ ਸਤਿਗੁਰਾਂ ਨੇ ਬਚਨ ਕਹਿ ਦਿੱਤੇ, ਭੰਗੜਨਾਥ ਸ਼ਰਮਿੰਦਾ ਹੋ ਗਿਆ। ਆਇਆ ਤੇ ਬੜਾ ਵੱਡਾ ਜਿਗਰਾ ਕਰਕੇ ਸੀ, ਮੈਂ ਗੁਰੂ ਬਾਬਾ ਜੀ ਨੂੰ ਫੜ ਕੇ ਲੈ ਜਾਊਂਗਾ, ਝੁਕਾ ਦਿਆਂਗਾ। ਦੀਨ ਦੁਨੀਆ ਦੇ ਮਾਲਕ ਸਤਿਗੁਰਾਂ ਦੇ ਬਚਨ ਸੁਣ ਕੇ ਅੰਦਰੋਂ ਅੰਦਰ ਸੋਚਦਾ ਵੀ ਗੱਲਾਂ ਤੇ ਸੱਚੀਆਂ ਨੇ। ਸਾਡੇ ਯੋਗ ਨੇ ਕਿਸੇ ਦਾ ਕੀ ਸਵਾਰਿਆ? ਸਾਡੀਆਂ ਲੰਮੀਆਂ ਉਮਰਾਂ ਨੇ ਸਮਾਜ ਦਾ ਕੀ ਭਲਾ ਕੀਤਾ ਹੈ? ਅਸੀਂ ਤੇ ਆਪਣੀ ਹਉਮੈ ਤੋਂ ਪਰੇਸ਼ਾਨ। ਹੁਣ ਸੱਪ ਹੈ, ਸੱਪ ਨੂੰ ਦੁਖੀ ਕਰਨ ਦੀ ਕੀ ਲੋੜ ਹੈ ਜੀ? ਉਹ ਆਪਣੀ ਜ਼ਹਿਰ ਤੋਂ ਦੁਖੀ ਹੈ। ਸੱਪ ਆਪਣੇ ਵਿਸ਼ ਤੋਂ ਦੁਖੀ ਹੈ, ਇਸ ਕਰਕੇ ਉਹ ਪਰੇਸ਼ਾਨ ਹਰ ਵੇਲੇ ਤੜਫਦਾ ਰਹਿੰਦਾ ਏ। ਤੇ ਮਨਮੁਖ ਤੇ ਸਾਖਤ ਬੰਦਾ ਆਪਣੇ ਹੰਕਾਰ ਤੋਂ ਖੁਦ ਦੁਖੀ ਹੁੰਦਾ ਏ। ਉਹਦੀ ਹਉਮੈ ਕਰਕੇ ਉਹਨੂੰ ਬੜੇ ਘਾਟੇ ਵਾਧੇ ਨੁਕਸਾਨ ਝੱਲਣੇ ਪੈਂਦੇ, ਪਰ ਮੰਨਦਾ ਕਿੱਥੇ? ਪਰ ਭੰਗੜਨਾਥ ਨੂੰ ਗੱਲ ਸਮਝ ਆ ਗਈ ਵੀ ਇਹ ਤੇ ਕੋਈ ਵੱਡੀ ਪਹੁੰਚ ਵਾਲੇ ਸਾਧੂ ਨੇ, ਜਿਨ੍ਹਾਂ ਨੇ ਸਾਡੇ ਤੋਂ ਵੱਡੇ ਬਚਨ ਕੀਤੇ ਨੇ। ਕਿਉਂਕਿ ਅਸੀਂ ਯੋਗ ਮਤ ਤੋਂ ਬਾਹਰ ਸੋਚ ਹੀ ਨਹੀਂ ਸਕਦੇ, ਦਾਇਰਾ ਹੀ ਨਹੀਂ ਹੈ। ਆਪਣਾ ਜਿਹੋ ਜਿਹਾ ਪਰਿਵਾਰ ਹੁੰਦਾ ਨਾ, ਆਪਾਂ ਉਸੇ ਲੈਵਲ ਤੇ ਸੋਚ ਸਕਦੇ ਹਾਂ। ਨਾ ਉਹ ਤੋਂ ਵੱਡਾ ਸੋਚੀਏ ਤੇ ਨਾ ਕਦੇ ਸੁਪਨਾ ਲਈਏ। ਸਾਨੂੰ ਲੱਗਦਾ ਵੀ ਅਸੀਂ ਇੰਨੇ ਕੀ ਆ, ਆਹੀ ਕੁਝ ਕਰ ਸਕਦੇ, ਵੱਡਾ ਰਿਸਕ ਨਹੀਂ ਲੈ ਸਕਦੇ। ਜ਼ਿੰਦਗੀ ਰਿਸਕ ਤੇ ਚੱਲਦੀ ਹੈ, ਜ਼ਿੰਦਗੀ ਬੇਪਰਵਾਹੀ ਤੇ ਚੱਲਦੀ ਹੈ। ਵੱਡੇ ਵੱਡੇ ਖਤਰਿਆਂ ਨਾਲ ਖੇਡਣਾ ਪੈਂਦਾ ਤਾਂ ਕਿਤੇ ਕਿਸਮਤ ਨਿਖਰਦੀ ਹੈ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਾਹਮਣੇ ਨਾ ਭੰਗੜਨਾਥ ਦਾ ਜਦੋਂ ਜ਼ੋਰ ਨਾ ਕੋਈ ਚੱਲਿਆ, ਹਰ ਬੋਲ ਵਿੱਚ, ਹਰ ਵਚਨ ਵਿੱਚ ਉਹਨੂੰ ਲੱਗਿਆ ਮੈਂ ਹਾਰਦਾ ਜਾਂਦਾ ਹਾਂ। ਲੋਪ ਭਇਓ ਪ੍ਰਗਟਿਓ ਢਿਗ ਗੋਰਖ,
बैठ गयो निज आसन लाई। दोने हाथ जोड़ के चरना ते मत्था टेक नमस्कार करके भंगड़नाथ अलोप हो गया। गुरु पातशाह मुस्कुरा पे कहते मर्दानिया ये भी दौड़ गया, ये भी गया। गोरखनाथ दे कोल आके बह गया, आदेश अपने गुरु नूं कीती, चुप बैठा। समझ गोरखनाथ भी गया भी पहला लोहा रीपा आया, जिहड़े आ खब्बे पासे बहिंदे सारे हार की बहिंदे, इन्हां तो होया कुछ नहीं। आगे अपने गुरु नूं नमस्कार करके सिद्ध मंडली नूं टेक के मत्था चुप चपीते इदां बैठे जिवें किसी दे भोग तो आए होण। भंगड़नाथ नहीं बोले, शर्मिंदा है वो। एडी वड्डी हौमे सिर बन के लैके गया सी, कहता वेखी जाओ जे लोहा रीपा हार गया ते मैं हरा के आऊंगा। जदों कोई दावा करके जांदा ते अपने दावे तो फिर जांदा ना, शर्मिंदगी महसूस होती है। अपने गुरु कोल बैठा सिर नीवा कीता होया ए। आगे चले तैंती गुरु नानक है बिखरे गिर पंथ न पाए। इधर गुरु बाबा गुरु नानक पातशाह जी भाई मरदाना जी दे समेत अगले राह ते चल पए। ऊने पर्वत दी श्रृंखला ते मर्ज तुरे जा रहे ने, चलते जा रहे ने। उधर सिद्ध मंडली विच सोग मचिया पिया, शांति बहाल है। क्योंकि जद भी कोई दाबा जा मार के वड्डी गल करके जांदा, हार के मुड़े आउंदा है। किसे दा वस नहीं चलदा। ऊना पहाड़ के जाए कैसी खर बैस गए सुठ रूप सोहाई। इधर जगत गुरु गुरु नानक साहब महाराज ऊने पर्वत दी श्रृंखला ते जाके चौंकड़ा मार के बह गए। गुरु पातशाह दे कोल भाई मरदाना ते भाई बाला जी बैठे आ। पावन कथा भाई बाला गुरु अंगद देव साहब नूं सुना रहे। कहंदे महाराज सिर्फ अद्धी घड़ी दा मौका सानूं मिलिया, असीं आपस विच हसदे खेडदे रहे। गुरु बाबा जी साडे नाल बचन करदे रहे। दोपहर दा वेला होया ए। कबित बैठ घटी तीन मुस्काने हैं परवीन। गुर बूझे मर्दाना कैसे कीनो मुस्कावनो। अद्धी घड़ी लंघण तो बाद जदों कोई सिद्ध ना आया जी, गुरु नानक पातशाह अपने मित्र प्यारिਆਂ ਦੇ ਨਾਲ ਵਚਨ ਵਿਲਾਸ ਕਰਦੇ ਆ। 3 ਘੜੀਆਂ ਦਾ ਵੇਲਾ ਬਤੀਤ ਹੋ ਗਿਆ, ਭਾਵ 1.5 ਘੰਟਾ ਲੰਘਿਆ ਤੇ ਭਾਈ ਮਰਦਾਨਾ ਜੀ ਚੁੱਪ ਚਪੀਤੇ ਬੈਠੇ, ਬੜੇ ਸ਼ਾਂਤ ਨੇ, ਬਹੁਤ ਸ਼ਾਂਤ। ਇਹੀ ਸ਼ਾਂਤੀ ਵੇਖ ਕੇ ਸਤਿਗੁਰ ਕਹਿੰਦੇ ਮਰਦਾਨਿਆ ਕਿਵੇਂ ਚੁੱਪ ਜਾ ਬੈਠਾ, ਬੋਲਦਾ ਨਹੀਂ ਭਾਈ। ਭਾਈ ਮਰਦਾਨਾ ਅੰਦਰੋਂ ਖਿਜਿਆ ਬੈਠਾ ਸੀ। ਉਹ ਚੁੱਪੀ ਉਦੋਂ ਹੁੰਦੇ ਨੇ ਜਦੋਂ ਪਰੇਸ਼ਾਨ ਹੋ ਜਾਣ, ਜਦੋਂ ਉਹਨਾਂ ਨੂੰ ਲੱਗੇ ਵੀ ਇਹ ਸਾਡਾ ਸਿਸਟਮ ਜਾਂ ਹੋਰ ਪਾਸੇ ਜਾ ਰਿਹਾ, ਜਿੱਥੇ ਅਸੀਂ ਜਾਣਾ ਚਾਹ ਰਹੇ ਹਾਂ ਉੱਥੇ ਪਹੁੰਚ ਨਹੀਂ ਰਹੇ। ਤਾਈਓ ਸਤਿਗੁਰਾਂ ਨੇ ਪੁੱਛ ਲਿਆ, ਕਹਿੰਦੇ ਮਰਦਾਨਿਆ ਚੁੱਪ ਚੁੱਪ ਕਿਉਂ ਬੈਠਾ ਭਾਈ, ਤੂੰ ਬੋਲਦਾ ਕਿਉਂ ਨਹੀਂ। ਪ੍ਰਭੂ ਬੈਨ ਕਹਿਓ जोगी आवतो है लहो एक, मान मन दहो हसे देख कर आवनो। कहंदे खिज के भाई मरदाना बोल पिया, कहंदा बाबा आपा चले सी धरू तारे ते तुसी आ जोगी मगर ला रखे आ। गुस्से च आया होया, कहंदा एक अद्धे दी लत्त बांह तोड़ दो आप ही हट जाणगे। आखो सदा नाम इन्ना क्या। कहंदा बाबा जी जेड़ा आउंदा ओही पिछे आके पुछण लग पैंदा कित्थे आए कित्थे चले, कौन होंदे सानू पुछण वाले। हुण तक किन्ने सिद्ध आ गए जी? 4 तो 5 सिद्ध आ गए, चर्चा करके हार के तुर गए ते भाई मरदाने ते सतगुरां दी माया फिर गई। सुन के ताड़ी मार के बाबा जी हस पे, कहंदे मरदानिया ओ भाई इन्हां नाल भी ते लिखिया साडा मिलना, मक्के तो आउण तो बाद तुहानू कहा सी चलो समेर पर्वत ते चलीए, आही ते मिलने सी आपां। ते भाई मरदाने नूं होर गुस्सा चढ़ गया। हुण पंजाब वालियां दा सुभाਅ जी गुस्सा चढ़े गाल कढ़ दिंदे आ, जाण के नहीं कढ़दे, निकल जाती है। ते भाई मरदाने नूं इन्नी खिज चढ़ गई सिद्धां ते इन्ना गुस्सा आ गया। आया क्यों? क्योंकि सतगुर शांति वाले पुरुष ने, सिद्धां दा हंकार वेखिया नहीं जांदा। हुण तुहानूं एक बंदा ओए आखे, दो आखे, जदों तीजा आके कहंदा ना सोचदी भी लत्त भां कदे दी तोड़ ही दियां ते हट जाणगे।
ਵੀ ਜਿਹੜਾ ਵੇਖੋ ਇਹ ਕਹਿ ਕੇ ਗੱਲ ਕਰਦਾ ਸੀ ਦੇਣਾ ਕੁਛ। ਤੇ ਭਾਈ ਮਰਦਾਨਾ ਇਸੇ ਟੋਨ ਤੇ ਬੋਲਿਆ, ਬਾਬਾ ਅਸੀਂ ਇਹਨਾਂ ਦਾ ਕੀ ਦੇਣਾ ਹੈ? ਜਿਹੜਾ ਵੇਖਦਾ ਏ ਕਿਸੇ ਨੇ ਕੱਪੜੇ ਪਾਏ ਨੇ, ਕਿਸੇ ਨੇ ਨਹੀਂ ਪਾਏ, ਇਧਰ ਨੂੰ ਤੁਰੇ ਆਉਂਦੇ ਨੇ। ਭੇਜਤ ਚਵਤ ਕਰ ਗੋਰਖ ਜੋ ਹਮ ਪਰ ਮਤ ਸਰ ਔਰ ਧਰ ਹੋਏ ਨਾ ਲਜਾਵਣੋ। ਭਾਈ ਮਰਦਾਨਾ ਕਹਿੰਦਾ ਬਾਬਾ ਫਿਰ ਇਹ ਦੱਸੋ ਇਹ ਸਾਡੇ ਕੋਲ ਲੈਣ ਕੀ ਆਉਂਦੇ ਆ? ਗੁਰੂ ਸਾਹਿਬ ਕਹਿੰਦੇ ਮਰਦਾਨੇ ਇਹਨਾਂ ਦਾ ਗੁਰੂ ਈਰਖਾ ਵਸ ਹੋ ਕੇ ਇਹਨਾਂ ਨੂੰ ਸਾਡੇ ਕੋਲ ਭੇਜਦਾ। ਉਹਨਾਂ ਤੋਂ ਤੇਰੀ ਮਹਿਮਾ ਬਰਦਾਸ਼ਤ ਨਹੀਂ ਹੁੰਦੀ ਵੀ ਇੱਕ ਮੁਸਲਮਾਨਾਂ ਦਾ ਮੁੰਡਾ ਪੁੱਤਰ ਇੱਕ ਫਕੀਰ ਦੇ ਨਾਲ ਰਬਾਬ ਲੈ ਕੇ ਸਮੇਰ ਪਰਬਤ ਤੇ ਕਿੱਥੇ ਆ ਗਿਆ? ਇੱਥੇ ਤੇ ਸਿੱਧ ਜਾ ਸਕਦੇ ਹਾਂ ਅਸੀਂ। ਸਤਿਗੁਰੂ ਕਹਿੰਦੇ ਉਹਨਾਂ ਤੋਂ ਬਰਦਾਸ਼ਤ ਨਹੀਂ ਹੁੰਦਾ, ਜਰਿਆ ਨਹੀਂ ਜਾਂਦਾ। ਉਹ ਹੰਕਾਰ ਵਿੱਚ ਭਰ ਕੇ ਈਰਖਾ 'ਚ ਭਰੇ ਹੋਏ ਆਪਣੇ ਨਾਲ ਚਰਚਾ ਕਰਨ ਆਉਂਦੇ ਆ, ਆਪਣੇ ਨਾਲ ਲੜਨ ਆਉਂਦੇ ਆ। ਪਰ ਮਰਦਾਨਿਆਂ ਵੇਖ ਉਸ ਨਿਰੰਕਾਰ ਦੀ ਕਲਾ ਉਹ ਹਾਰ ਕੇ ਤੁਰ ਜਾਂਦੇ ਆ। ਸਾਡਾ ਕੁਝ ਵਿਗਾੜ ਨਹੀਂ ਸਕਦੇ। ਕਹੇ ਮਰਦਾਨਾ ਜਾ ਕੋ ਮਾਰੋ ਚੜੇ ਗਾਟੇ ਕਰ ਨੈਕ ਮੋਕੋ ਕੀਜੈ ਨਿਜ ਆਇਸ ਅਲਾਵਨੋ। ਭਾਈ ਮਰਦਾਨੇ ਨੇ ਉਸ ਵੇਲੇ ਦੀ ਬੋਲੀ 'ਚ ਗਾਲ ਕੱਢੀ, ਕਹਿੰਦੇ ਬਾਬਾ ਮਾਰੋ ਚੱਡੇ ਗਾਟੇ ਕਰ। ਜਿਵੇਂ ਅੱਜ ਕੋਈ ਸਾਨੂੰ ਬਹੁਤਾ ਸਤਾਵੇ, ਸੁਭਾਵਿਕ ਹੈ ਜੀ ਪੰਜਾਬੀ ਦੇ ਮੂੰਹ 'ਚੋਂ ਗਾਲ ਪਹਿਲਾਂ ਹੁੰਦੀ ਹੈ, ਭਾਵੇਂ ਉਹਦੇ ਪਿੱਛੇ ਕੋਰਟ ਕਚਹਿਰੀ ਥਾਣੇ ਘੁੰਮਣਾ ਕਿਉਂ ਨਾ ਪਏ, ਪਰ ਇੱਕ ਵਾਰ ਕੱਢ ਦਈਦੀ। ਕਹਿੰਦੇ ਬਾਬਾ ਜਾ ਤੇ ਲੱਤ ਬਾਂਹ ਤੋੜ ਦਿਓ, ਨਹੀਂ ਮੈਨੂੰ ਹੁਕਮ ਕਰੋ ਇੱਕ ਅੱਧੇ ਦੀ ਮੁੰਡੀ ਮੈਂ ਤੋੜ ਦਿਆਂ, ਵੀ ਸਿਰ ਭੰਨੋ ਇੱਕ ਅੱਧੇ ਦਾ, ਇੱਕ ਅੱਧੇ ਦੀ ਲੱਤ ਬਾਂਹ ਟੁੱਟੂਗੀ, ਜਾ ਕੇ ਦੱਸੂ ਵੀ ਮੈਨੂੰ ਤੇ ਕੁੱਟਿਆ ਉਹਨਾਂ ਨੇ ਬਹੁਤ ਹੈ ਜਿਨ੍ਹਾਂ ਕੋਲ ਚਰਚਾ ਕਰਨ ਭੇਜਿਆ ਸੀ। ਮਰਦ ਬਾਕੀ ਸਿੱਧ ਆਪੀ ਹਟ ਜਾਣਗੇ, ਆਖੋ ਸਤਿਨਾਮ। ਤੇ ਭਾਈ ਬਾਲਾ ਜੀ ਕਹਿੰਦੇ ਜਦੋਂ ਮੈਨੂੰ ਹਾਸਾ ਛਿੜਿਆ ਨਾ ਮਰਦਾਨੇ ਦੀਆਂ ਗੱਲਾਂ ਸੁਣ ਕੇ ਵੀ ਗਾਲ ਕੱਢਦਾ ਸਿੱਧਾ, ਕਿੰਨਾ ਕਿਹਾ ਉਹ ਭਾਈ ਮਰਦਾਨਾ ਵੀ ਮੈਂ ਧਰੂ ਤਾਰੇ ਤੇ ਜਾਣਾ ਚਾਹੁੰਦਾ, ਵੇਖਦੇ ਆ ਜਿਹੜਾ ਉਹੀ ਪਿੱਛੇ ਉੱਡਿਆ ਆਉਂਦਾ ਹੈ, ਵੀ ਸਾਡਾ ਕੀ ਲੈਣ ਦੇਣਾ ਇਹਨਾਂ ਦੇ ਨਾਲ। ਕਹਿੰਦੇ ਮੈਂ ਹੱਸਣ ਲੱਗ ਪਿਆ ਤੇ ਭਾਈ ਮਰਦਾਨਾ ਹੋਰ ਖਿੱਚ ਗਿਆ। ਕਹਿੰਦੇ ਬਾਬਾ ਜੀ ਤੁਹਾਡੇ ਤੋਂ ਕੁਛ ਨਹੀਂ ਨਾ ਹੁੰਦਾ, ਮੈਨੂੰ ਦੱਸੋ ਮੈਂ ਇੱਕ ਅੱਧੇ ਸਿੱਧ ਦੀ ਬਲੀ ਲੈ ਲਵਾਂ, ਆਖੋ ਸਤਿਨਾਮ। ਜਦੋਂ ਤੱਕ ਇੱਕ ਅੱਧਾ ਕੁੱਟਿਆ ਨਹੀਂ ਜਾਂਦਾ, ਇੱਕ ਅੱਧਾ ਮਾਰਿਆ ਨਹੀਂ ਜਾਂਦਾ, ਇਹਨਾਂ ਪਿੱਛੇ ਆਉਣੋਂ ਹਟਣਾ ਨਹੀਂ। ਦੋਹਰ लेन देन इनको नहीं आवत रोस बढ़ाए एक को जब ही मारियो सब ही को मत आए। ਗੁੱਸਾ ਇਸ ਗੱਲ ਦਾ ਹੈ ਵੀ ਪਾਤਸ਼ਾਹ ਅਸੀਂ ਇਹਨਾਂ ਦਾ ਕੁਝ ਨਹੀਂ ਦੇਣਾ, ਨਾ ਕੁਝ ਚੁੱਕ ਕੇ ਲੈ ਕੇ ਆਏ ਆ ਤੇ ਨਾ ਸਾਡੀ ਕੋਈ ਲੜਾਈ ਪੜਾਈ ਇਹਨਾਂ ਨਾਲ, ਇਹ ਚੜ ਚੜ ਕੇ ਕਿਉਂ ਸਾਡੇ ਤੇ ਆਉਂਦੇ ਆ? ਪਾਤਸ਼ਾਹ ਜੇ ਹੁਣ ਕੋਈ ਸਿੱਧ ਆ ਗਿਆ ਤੇ ਮੈਂ ਰਬਾਬ ਮਾਰ ਕੇ ਲੱਤ ਤੋੜ ਦੇਣੀ ਹੈ। ਭਾਈ ਮਰਦਾਨਾ ਖਿਜਿਆ, ਕਹਿੰਦਾ ਗੁਰੂ ਸਾਹਿਬ ਕਹਿੰਦੇ ਮਰਦਾਨੇ ਹੱਥ ਜੋੜੇ ਤੇਰੇ ਅੱਗੇ ਨਾ ਕਰੀਏ ਤਾਂ। ਕਹਿੰਦਾ ਨਹੀਂ ਮਰਦ ਤੁਸੀਂ ਕੁਛ ਨਹੀਂ ਕਹਿਣਾ, ਉਹ ਸੜ ਸੜ ਕੇ ਆਉਂਦੇ ਆ, ਖਹਿ ਖਹਿ ਕੇ ਆਉਂਦੇ ਆ, ਹੰਕਾਰ ਚ ਆ ਕੇ ਓਏ ਓਏ ਕਹਿ ਕੇ ਬੋਲਦੇ, ਉਹਨਾਂ ਨੂੰ ਨਹੀਂ ਪਤਾ ਤੁਸੀਂ ਕੌਣ ਹੋ। ਗੁਰੂ ਪਾਤਸ਼ਾਹ ਕਹਿੰਦੇ ਮਰਦਾਨਿਆਂ ਨਿਮਰਤਾ ਰੱਖੀ ਦੀ ਹੈ, ਬੁਰੇ ਨਾਲ ਆਪ ਵੀ ਬੁਰਾ ਨਹੀਂ ਬਣ ਜਾਏਗਾ। ਉਹ ਜੋ ਕਰਦੇ ਨੇ ਉਹਨਾਂ ਨੂੰ ਕਰ ਲੈਣ ਦਿਓ। ਸੋਰਠਾ ਗੁਰੂਓ ਗਰਭ ਗਵਾਰ ਗੁਨੈ ਨਾਪ ਸਮਾਨ ਕੋ। ਮਰਦ ਕਹਿੰਦੇ ਉਹ ਆਪ ਦੁਖੀ ਨੇ ਵਿਚਾਰੇ ਸੱਪ ਵਾਂਗੂ ਆਪਣੀ ਜ਼ਹਿਰ ਤੋਂ। ਸਿੱਧਾਂ ਨੇ ਭਗਤੀ ਕਰ ਲਈ, ਤਪੱਸਿਆ ਕਰ ਲਈ, ਲੰਮੀਆਂ ਉਮਰਾਂ ਵਧਾ ਲਈਆਂ, ਰਿੱਧੀਆਂ ਸਿੱਧੀਆਂ ਕੋਲੇ ਪ੍ਰਾਪਤ ਕਰ ਲਈਆਂ, ਪਰ ਮਨ ਨੂੰ ਇਕਾਗਰਤਾ ਤੇ ਸ਼ਾਂਤੀ ਨਹੀਂ ਹੋਈ, ਕਿਉਂਕਿ ਰੱਬ ਨਹੀਂ ਮਿਲਿਆ। ਰਿਤ ਸਿੱਧ ਸਭ ਮੋਹ ਹੈ। ਗੁਰੂ ਸਾਹਿਬ ਕਹਿੰਦੇ ਹੁਣ ਉਹ ਇੰਨਾ ਸੜੀ ਜਾਂਦੇ ਆ ਵੀ ਸਾਡੇ ਤੋਂ ਵੱਡਾ ਦੁਨੀਆ ਤੇ ਕੋਈ ਕਿਉਂ ਹੈ, ਸਾਡੇ ਹੁੰਦਿਆਂ ਕੋਈ ਐਡੀ ਪਹੁੰਚ ਕਿਉਂ ਰੱਖਦਾ। ਪਾਤਸ਼ਾਹ ਕਹਿੰਦੇ ਉਹ ਤੇ ਤਾਂ ਲੜਦੇ ਫਿਰਦੇ ਆ, ਸਾਡਾ ਕੀ ਵੈਰ ਆ ਉਹਨਾਂ। ਮਰਦਾਨਿਆ ਆਕਾਰਨ ਵੈਰ ਕਮਾ ਰਹੇ ਨੇ, ਆਕਾਰਨ ਬੇਵਜ੍ਹਾ। ਹੁਣ ਤੁਸੀਂ ਹੋ, ਤੁਸੀਂ ਤਰੱਕੀ ਕਰਨ ਲੱਗ ਜਾਓ, 50 ਬੰਦੇ ਤੁਹਾਡੀ ਲੱਤ ਖਿੱਚਣ ਵਾਲੇ ਹੋਣਗੇ ਤੇ 5 ਬੰਦੇ ਤੁਹਾਡੇ ਨਾਲ ਖੜਨ ਵਾਲੇ ਹੋਣਗੇ। ਤੁਹਾਡੇ ਕੋਲ ਕੋਈ ਗੁਣ ਆ ਜੇ, ਕਿਸੇ ਪਾਸੇ ਤਰੱਕੀ ਕਰ ਲਓ। ਸਾਡੇ ਪੰਜਾਬ ਦੀ ਖਾਸੀਅਤ ਹੈ, ਅਸੀਂ ਭਾਵੇਂ ਕੈਨੇਡਾ ਚੱਲ ਜਾਈਏ, ਅਮਰੀਕਾ ਚੱਲ ਜਾਈਏ, ਸਾਡੇ ਲੋਕਾਂ ਨੇ ਲੈਗ ਪੁਲਿੰਗ ਨਹੀਂ ਛੱਡਣੀ, ਲੱਤਾਂ ਖਿੱਚਣ ਦੀ ਆਦਤ ਨਹੀਂ ਜਾਂਦੀ। ਤੁਸੀਂ ਚੰਗਾ ਕੰਮ ਕਰਨ ਲੱਗ ਜਾਓ, ਕੋਈ ਧਰਮ ਦਾ, ਫੇਸਬੁੱਕ YouTube ਤੇ ਪ੍ਰਚਾਰ ਸ਼ੁਰੂ ਕਰ ਲਓ, ਉੱਥੇ ਲੋਕੀ ਕਹਿਣਗੇ ਲੈ ਪੈਸੇ ਕਮਾਉਣ ਲੱਗ ਗਏ। ਧਰਮ ਦੀ ਗੱਲ ਕਰ ਲਓ, ਕਹਿੰਦੇ ਲੈ ਗੁਰਦੁਆਰਾ ਖਾ ਗਏ। ਮਾੜਾ ਕੰਮ ਕਰ ਲਓ, ਫਿਰ ਕਹਿੰਦੇ ਯਾਰ ਇਹ ਬੰਦੇ ਕੋਈ ਚੰਗਾ ਕੰਮ ਹੀ ਨਹੀਂ ਕਰ ਸਕਦੇ।
ਲੱਤਾਂ ਖਿੱਚਣੀਆਂ, ਮਾੜੇ ਕੰਮ ਕਰਨੇ ਆ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭਾਈ ਆਪਾਂ ਧਰਮ ਦੇ ਰਾਹ ਤੇ ਚੱਲ ਰਹੇ ਆ, ਸੱਚ ਦੇ ਮਾਰਗ ਤੇ ਚੱਲਦੇ ਆ, ਸਿੱਧ ਬਰਦਾਸ਼ਤ ਨਹੀਂ ਕਰ ਪਾ ਰਹੇ ਵੀ ਸਾਡੇ ਗੁਰੂ ਗੋਰਖ ਦੇ ਹੁੰਦੇ ਆ ਬਾਬਾ ਨਾਨਕ ਕਿਵੇਂ ਸੁਮੇਰ ਤੇ ਆ ਗਏ। ਇਹ ਤੇ ਦੁਖੀ ਹੋਏ ਫਿਰਦੇ ਆ, ਸੜੇ ਫਿਰਦੇ ਆ, ਮੁਫਤ ਵਿੱਚ ਦੁਸ਼ਮਣ ਬਣ ਜਾਂਦੇ ਨੇ। ਜ਼ਿੰਦਗੀ 'ਚ ਕੋਈ ਚੰਗਾ ਕੰਮ ਕਰਕੇ ਤਾਂ ਵੇਖੋ, ਤਰੱਕੀਆਂ ਕਰਕੇ ਤਾਂ ਵੇਖੋ, ਚੰਗੇ ਰਾਹ ਚੱਲ ਕੇ ਤੇ ਵੇਖੋ। ਦੁਸ਼ਮਣ ਬਣਾਉਣ ਦੀ ਲੋੜ ਨਹੀਂ, ਰਿਸ਼ਤੇਦਾਰ ਵੀ ਦੁਸ਼ਮਣ ਬਣ ਜਾਂਦੇ ਨੇ ਅੰਦਰੋਂ। ਉੱਤੋਂ ਹੀ ਕਹਿੰਦੇ ਪੁੱਤ ਜੁਗ ਜੁਗ ਜੀ, ਵਿੱਚੋਂ ਤੇ ਭੋਗ ਪਾਉਣ ਨੂੰ ਫਿਰਦੇ ਆ ਖੁਦਾ ਦਾ ਨਾਮ। ਉੱਤੋਂ ਹੀ ਕਹਿੰਦੇ ਆ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮਰਦਾਨਿਆ ਆਪਣਾ ਇਸ ਰਾਹ ਤੇ ਚੱਲਣਾ ਇਹਨਾਂ ਨੂੰ ਕਦੇ ਬਰਦਾਸ਼ਤ ਨਹੀਂ ਹੋਣਾ। ਇਹ ਹੰਕਾਰ ਦੇ ਮਾਰੇ ਨੇ, ਇਸ ਕਰਕੇ ਇਹ ਵੈਰ ਕਮਾਉਂਦੇ ਨੇ। ਦੀਜੈ ਸਕਲ ਬਿਗਾਰ ਬੋਹਰ ਨ ਬੈਨ ਬਖਾਨ ਕੋ। ਪਰ ਉੱਠ ਕੇ ਭਾਈ ਮਰਦਾਨਾ ਗੁੱਸੇ 'ਚ ਕਹਿੰਦੇ ਬਾਬਾ ਜੇ ਇਹ ਸਾਡਾ ਵਿਗਾੜਦੇ ਤੇ ਤੁਸੀਂ ਕਿਉਂ ਭਲਾ ਮੰਗਦੇ? ਇੱਕ ਤੱਤੇ ਦਾ ਕੁਛ ਵਿਗਾੜੋ, ਪੁੱਠਾ ਢੰਗ ਦਿਓ ਕਰਾਮਾਤ ਨਾਲ, ਮੁੜ ਕੇ ਨਹੀਂ ਕੋਈ ਇੱਥੇ ਆਊਗਾ। ਮਰਦ ਕਹਿੰਦੇ ਠੰਡਾ ਹੋ ਜਾ ਮਰਦਾਨਿਆ, ਬਰਫਾਂ ਤੇ ਤੁਰਿਆ ਫਿਰਦਾ ਭਖਿਆ ਕਿਉਂ ਹੋਇਆ? ਕਹਿੰਦਾ ਨਹੀਂ ਬਾਬਾ ਮੈਨੂੰ ਗੁੱਸਾ ਚੜਦਾ ਵੇਖ ਕੇ, ਇੱਕ ਵਾਰ ਹੋਵੇ 2 ਵਾਰ ਹੋਵੇ, 10 ਕਦਮ ਨਹੀਂ ਤੁਰਦੇ ਫੇਰ ਪਿੱਛੇ ਆ ਕੇ ਆਦੇਸ਼ ਆਦੇਸ਼। ਇਹਨਾਂ ਦਾ ਇਹੀ ਕੰਮ ਹੈ। ਕਬਿਤ ਸ੍ਰੀ ਗੁਰੂ ਆਲਾਏ ਨਹਿ ਹਾਥ ਕੀ ਲੜਾਈ यहाँ बहन चतराई कर बाद सिद्ध आवई। बड़े प्यार के सतगुर कहते मरदानिया इन्हां नाल साडा कोई वैर नहीं, ये साडे नाल लड़न आउंदे आ, इत्थे डांगा सोटियां दी लड़ाई थोड़ा कोई भी जे सिद्ध करामात विखाउंदे ते असीं विखा दईए, जंग छेड़ दईए। साहब कहते इन्हां दी साडे नाल बचनां दी लड़ाई है, विचारां दी। विचारां दे जंग विच आपां इन्हां नूं हरा छड्डांगे। जे वाहिगुरू ने जाया ना मरदानिया साडे सामने इन्हां दी विचार मिट्टी हो जानी है। तू वेखते सही जादे विचारां विच जीरो हो जांदे आ, शर्मिंदे होके भज जांदे। कुटमार विच शायद बंदा इन्नी शर्म महसूस नहीं करदा जिन्ना वो विचारां दे विच नीवा होके करदा है। गुरु साहब ने कहता मरदानिया युग कल युग दा है, वेखी चल इन्हां दा हंकार इन्हां दी विदवता करके है, विचारां करके है, ज्ञान करके है। आपां इसे तल ते इन्हां नूं ढा लेना, विचारां करके इन्हां नूं उठण नहीं देना, क्योंकि इन्हां दे विचार मैले ने, हंकार दे नाल मलीन हन। बोलत परस पर आवा तब जोगी सो नाम है कनीफा ऐसे वाक को अलावई। इधर ते चर्चा चलदी है, इन्हें नूं एक योगी होर आ गया। भाई मरदाना कहंदा बाबा आ एक पिछे खड़े आ खुदा दा नाम की करना है इहदा बेटा। वो बड़े प्यार नाल कहे आदेश वालियो, आदेश बच्चियो। उन्हें सुन लिया भी नाड़ वाला बाबा सरबस करन नूं फिरदा है, भी ये गर्म होया फिरदा रबाब वाला। गुरु साहब नूं आखियो योगी करे आदेश। आदेश ही दा नाम की है? सिद्धां चो सिद्धा कनीफा, कक्का नन्ने विहारी फफे कन्ना कनीफा। किन्ने सिद्ध आ गए जी? पहला गोरखनाथ, फिर मछिंद्रनाथ, फिर लोहारीपा, उस तो बाद भंगड़नाथ, हुण आ गया कनीफा। देखो सब दी विचारधारा अलग है, सब दी आपो अपनी करामात है। ये भी आ गया अपने गुरु कोलों आग्या लैके। इन्हां नूं इह लगदा भी जे बाबे नानक नूं असीं हराता ना, पूरी दुनिया दे विच साडा नाम होना भी जिस नानक नूं संसार मनदा है, सब धर्म जी नूं पूजदे आ, असीं उहनूं अपना चेला मनदे आ। इस हौमे दे पिछे भज्जे फिरदे आ। अज भी ते दुनिया ते यही हाल है। अज ये किसानां दे अंदोलन चलदे आ, जो कुछ हुंदा ये काहदे करके है? कारपोरेट जगत है जिहड़ा वो चाहुंदा भी कुछ परिवार ही इस दुनिया ते राज करन, बाकी दुनिया मंगते भिखारी बन के टैक्स भरी चले, जिवें जिवें असीं बुरकी सुट्टीए ते वो चुगी जाण, सब कुछ साडे हत्थ होवे। हर वड्डा बंदा छोटे बंदे दा शोषण करदा है। जदों कनीफा सतगुरां दे सामने आया, सुक्किया जिहा पतला जिहा, कहंदा जी आदेश। गुरु नानक साहब कहंदे निरंकार नूं आदेश, एक ओंकार नूं आदेश है। आगे इहां आए कहंदो पूरब ही आए तुम। हुण इह बड़े तरीके नाल गल करदा है। कहंदा पहलां तुसीं इत्थे आए हो कदे? इहने नहीं पुछिया
ਵੀ ਤੁਸੀਂ ਕਿੱਥੋਂ ਆਏ ਹੋ, ਪਹਿਲੀ ਵਾਰ ਆਏ ਹੋ ਜਾਂ ਪਹਿਲਾਂ ਵੀ ਆਏ ਹੋ। ਗੁਰੂ ਸਾਹਿਬ ਨੂੰ ਕਨੀਫਾ ਸਿੱਧ ਪੁੱਛਦਾ ਹੈ ਵੀ ਅੱਗੇ ਵੀ ਆਏ ਹੋ ਜਾਂ ਪਹਿਲੀ ਵਾਰੀ ਤੁਸੀਂ ਇਸ ਪਹਾੜ ਤੇ ਆਏ ਹੋ। ਅਣਜਾਣ ਬਣੇ, ਕਿਉਂਕਿ ਇੰਨਾ ਇਹਨੂੰ ਪਤਾ ਹੈ ਵੀ ਭੰਗੜ ਨਾਥ ਵਰਗੇ ਹਾਰ ਗਏ, ਲੋਹਾ ਰੀਪਾ ਵਰਗੇ ਹਾਰ ਗਏ, ਪਰ ਮੈਂ ਨਹੀਂ ਹਾਰਦਾ। ਹਰ ਬੰਦੇ ਨੂੰ ਵਹਿਮ ਹੁੰਦਾ ਹੈ ਵੀ ਸ਼ਾਇਦ ਮੈਂ ਮਹੀ ਹਾਂ, ਮੇਰੀ ਥਾਂ ਕੋਈ ਹੋਰ ਨਹੀਂ ਲੈ ਸਕਦਾ, ਮੈਂ ਹਾਰ ਨਹੀਂ ਸਕਦਾ, ਮੈਨੂੰ ਕੋਈ ਝੁਕਾ ਨਹੀਂ ਸਕਦਾ, ਮੇਰਾ ਕੁਝ ਵਿਗਾੜ ਨਹੀਂ ਸਕਦਾ। ਵਿਹਲਾ ਵਹਿਮ, ਇੱਕ ਭਰਮ ਹੈ। ਤੇ ਕਨੀਫਾ ਉਸੇ ਭਰਮ 'ਚ ਆਖਦਾ ਏ ਤੁਸੀਂ ਪਹਿਲਾਂ ਵੀ ਕਦੇ ਆਏ ਹੋ ਜਾਂ ਪਹਿਲੀ ਵਾਰ ਇਸ ਪਰਬਤ ਤੇ ਆਉਣਾ ਹੋਇਆ ਏ। ਉਹਨੇ ਥਾਨ ਤੀਕ ਅਬ ਚੱਲ ਕਰ ਜਾਵੇ। ਕਿੰਨੀ ਕੁ ਪਹੁੰਚ ਹੈ ਤੁਹਾਡੀ ਅੱਗੇ, ਤੁਸੀਂ ਕਿੱਥੇ ਕੁ ਜਾ ਰਹੇ ਹੋ, ਕਿੱਥੋਂ ਬੜੇ ਆਉਂਗੇ ਅੱਗੋਂ ਜਾ ਕੇ। ਲੱਛੇਦਾਰ ਗੱਲਾਂ ਕਰਦੇ ਆ ਸਿੱਧ ਘੁਮਾ ਫਿਰਾ ਕੇ ਵੀ ਜੋ ਪਹਿਲਿਆਂ ਨੇ ਪੁੱਛਿਆ ਸੀ ਉਹ ਨਹੀਂ ਪੁੱਛਣਾ। ਗੁਰੂ ਨਾਨਕ ਸਾਹਿਬ ਮਹਾਰਾਜ ਉਹਦੇ ਮੁਖ ਵੱਲ ਵੇਖੀ ਜਾਣ, ਪਰ ਅੰਦਰੋਂ ਤੇ ਈਰਖਾ ਭਰੀ ਆ, ਉੱਤੋਂ ਬੜਾ ਮਿੱਠਾ ਮਿੱਠਾ ਬੋਲਦਾ। ਕਲਯੁਗ ਵਿੱਚ ਅੱਜ ਵੀ ਸਿੱਧਾਂ ਦੇ ਚਾਲਿਆਂ ਤੇ ਚੱਲਣ ਵਾਲੇ ਲੋਕ ਮਿਲ ਜਾਣਗੇ, ਉੱਤੋਂ ਤੇ ਤਾਂ ਬੋਲਣਗੇ। ਬੰਦਾ ਸੋਚਦਾ ਹੈ ਸ਼ਾਇਦ ਇਹਨਾਂ ਤੇ ਪਿਆਰ ਕੋਈ ਰਿਸ਼ਤੇਦਾਰ ਵੀ ਨਹੀਂ ਕਰਦਾ ਜਿੰਨਾ ਇਹ ਭਾਈ ਸਾਹਿਬ ਕਰਦੇ ਆ, ਜਿੰਨਾ ਜੀ ਇਹ ਕਰਦੇ, ਜਿੰਨਾ ਮਿੱਠਾ ਇਹ ਬੋਲਦੇ ਆ। ਮੈਂ ਕਹਿੰਦਾ ਪਿੱਠ ਪਿੱਛੇ ਸੁਣ ਕੇ ਤਾਂ ਵੇਖਿਓ ਜਿੰਨਾ ਜ਼ਹਿਰ ਉਹ ਬੰਦਾ ਉਗਲਦਾ ਜਿਹੜਾ ਮੂੰਹ ਤੇ ਜੀ ਕਰਦਾ ਸੀ। ਫਿਰ ਬਾਣੀ ਉਹਨਾਂ ਦੇ ਪਰਥਾਏ ਕੀ ਲਿਖਦੀ ਹੈ, ਜਿਨ ਮਨ ਹੋਰ ਮੁਖ ਹੋ ਸੇ ਕਾਂਡੇ ਕੱਚੇ। ਕਲਯੁਗ ਦਾ ਸਮਾਂ, ਲੋਕੀ ਮੂੰਹ ਤੋਂ ਹੋਰ ਹੋਣਗੇ ਤੇ ਅੰਦਰੋਂ ਹੋਰ ਹੋਣਗੇ। ਹਜ਼ਾਰਾਂ ਚੋਂ ਤੁਹਾਨੂੰ ਕੋਈ ਇੱਕ ਦੋ ਮਿਲੇਗਾ ਜੋ ਅੰਦਰੋਂ ਬਾਹਰੋਂ ਇੱਕ ਹੋਏਗਾ। ਇੱਥੇ ਸਭ ਜਮਾਨਾ ਦੂਜੇ ਦੇ ਔਗਣਾ ਦਾ ਲਿਫਾਫਾ ਚੱਕੀ ਫਿਰਦਾ ਹੈ, ਆਪਣੇ ਤੇ ਪਰਦਾ। ਹਰ ਇਨਸਾਨ ਕਹਿੰਦਾ ਉਹ ਮਾੜਾ ਉਹ ਮਾੜਾ। ਤੁਸੀਂ ਦੁਨੀਆ 'ਚ ਬਹਿ ਕੇ ਵੇਖ ਲਓ, ਕਦੇ ਨਹੀਂ ਕਿਸੇ ਤੋਂ ਸੁਣੋਗੇ ਵੀ ਉਹ ਬੰਦਾ ਰੱਬ ਵਰਗਾ ਜੀ, ਉਹ ਬਹੁਤ ਚੰਗਾ ਜੀ, ਬੜਾ ਹੀ ਚੰਗਾ ਹੈ। ਹਰ ਕੋਈ ਕਹਿੰਦਾ ਇਹ ਏਦਾਂ ਦਾ, ਇਹ ਆਹ ਕਰਦਾ, ਇਹ ਉਹ ਕਰਦਾ। ਤੂੰ ਨਾ ਭਾਈ ਆਪਾਂ ਕਾਹਨੂੰ ਕਿਸੇ ਦੀ ਨਿੰਦਿਆ ਕਰ। ਸਾਰੇ ਕੱਪੜੇ ਧੋ ਕੇ ਬੰਦਾ ਇਹ ਕਹਿ ਕੇ ਕਹਿੰਦਾ ਵੀ ਅਸੀਂ ਚੰਗੇ ਹਾਂ। ਗੁਰੂ ਨਾਨਕ ਸਾਹਿਬ ਦੇ ਕੋਲੇ ਬੈਠਾ ਸਿੱਧ ਮਿਸ਼ਰੀ ਵਰਗੀਆਂ ਗੱਲਾਂ ਕਰਦਾ ਹੈ। ਕਹਿੰਦਾ ਆਪ ਜੀ ਅੱਗੇ ਕਿੱਥੋਂ ਵੜਿਆਓਗੇ, ਕਿੰਨੀ ਕੁ ਦੂਰ ਜਾਓਗੇ। ਓਨ ਨਾਮ ਤੇਰੋ ਖੋਵ ਮਾਨ ਜੋ ਕਨੇਰੋ ਕੀਨੋ। ਬੱਚਿਆ ਤੂੰ ਆਪਣਾ ਮਾਣ ਖੋ ਦੇ, ਗੁਰੂ ਸਾਹਿਬ ਨੂੰ ਕਹਿੰਦਾ ਕਨੀਫਾ। ਉਹ ਬੱਚਾ ਇਸ ਲਈ ਕਹਿੰਦੇ ਆ ਕਿਉਂਕਿ ਸਤਿਗੁਰਾਂ ਦੀ ਉਮਰ ਕਿਹੜੀ ਹੈ, 40-45 ਸਾਲਾਂ ਦੀ ਉਮਰ ਹੈ ਕੋਈ। ਉਹਨਾਂ ਦੀ ਉਮਰਾਂ ਹਜ਼ਾਰਾਂ ਸਾਲਾਂ ਨੇ, ਕੋਈ 5000 ਸਾਲ, ਕੋਈ 7000 ਸਾਲ, ਕੋਈ 2000 ਸਾਲ, ਕੋਈ 4000 ਸਾਲ। ਉਹਨਾਂ ਸਾਹਮਣੇ ਤੇ ਬੱਚੇ ਲੱਗੇ ਨਾ, ਵੱਡੀਆਂ ਉਮਰਾਂ ਨੇ। ਕਹਿੰਦੇ ਕਾਕਾ ਮਾਣ ਛੱਡ ਦਿਓ ਆਪਣਾ, ਮੈਨੂੰ ਪਤਾ ਹੈ ਤੁਹਾਡੇ ਕੋਲ ਕਰਾਮਾਤ ਹੈ, ਤੁਸੀਂ ਸੁਮੇਰ ਤੇ ਚੜ ਗਏ। ਇੱਥੇ ਬਿਨਾਂ ਕਰਾਮਾਤ ਤੋਂ ਥੋੜਾ ਕੋਈ ਆਜੋ ਸਿੱਧਾਂ ਦੀ ਪੁਰੀ 'ਚ। ਪਰ ਜੇ ਆ ਹੀ ਗਏ ਹੋ ਨਾ, ਮਾਣ ਵਿਸਾਰ ਕੇ ਨੀਵੇਂ ਹੋ ਜਾਓ। ਗੁਰੂ ਸਾਹਿਬ ਨੇ ਇੱਕ ਵੀ ਸ਼ਬਦ ਨਹੀਂ ਹਜੇ ਬੋਲਿਆ। ਉਹਨੂੰ ਕੀ ਪਤਾ ਇਹਨਾਂ 'ਚ ਮਾਣ ਹੈ, ਕਿਉਂਕਿ ਜੋ ਤੁਹਾਡੇ ਅੰਦਰ ਹੋਏਗਾ ਤੁਹਾਨੂੰ ਉਹ ਹੀ ਦਿਸੇਗਾ। ਕੋਈ ਬੰਦਾ ਕਿਸੇ ਬਾਰੇ ਬੁਰਾ ਸੋਚਦਾ ਨਾ, ਲੱਖ ਜ਼ੋਰ ਲਾ ਲਓ ਤੁਸੀਂ ਸੁਧਾਰ ਨਹੀਂ ਸਕਦੇ। ਜਿਹੋ ਜਿਹਾ ਬੰਦੇ ਦਾ ਨਜ਼ਰੀਆ ਹੈ, ਜੋ ਉਹ ਆਪ ਕਰਦਾ, ਉਹਨੇ ਉਸੇ ਸਪੈਕਸ ਨਾਲ ਐਨਕ ਨਾਲ ਸਾਰਿਆਂ ਨੂੰ ਵੇਖਣਾ, ਉਸੇ ਨਜ਼ਰੀਏ ਨਾਲ ਦੇਖਣਾ। ਤੁਸੀਂ ਕਿਸੇ ਦਾ ਨਜ਼ਰੀਆ ਨਹੀਂ ਚੇਂਜ ਕਰ ਸਕਦੇ। ਜੇ ਤੁਹਾਨੂੰ ਕੋਈ ਮਾੜਾ ਸਮਝਦਾ ਉਹਦੇ ਸਾਹਮਣੇ ਚੰਗਾ ਬਣਨ ਦੀ ਕੋਸ਼ਿਸ਼ ਨਾ ਕਰੋ। ਕੋਈ ਤੁਹਾਨੂੰ ਚੰਗਾ ਮੰਨਦਾ ਹੈ ਉਹਦੇ ਸਾਹਮਣੇ ਬੁਰਾ ਨਾ ਬਣੋ। ਕਿਉਂ? ਕਿਉਂਕਿ ਜੋ ਤੁਸੀਂ ਵਿਖਾਉਣਾ ਚਾਹੁੰਦੇ ਹੋ ਬਹੁਤ ਘੱਟ ਲੋਕ ਵੇਖਦੇ ਆ। ਜ਼ਿਆਦਾਤਰ ਲੋਕ ਤੁਹਾਨੂੰ ਆਪਣੇ ਨਜ਼ਰੀਏ ਨਾਲ ਹੀ ਪਰਖਦੇ ਆ। ਜੋ ਮੈਂ ਕਰਦਾ ਹੋਊਗਾ ਮੈਨੂੰ ਲੱਗਣਾ ਇਹ ਵੀ ਇਹੋ ਜਿਹਾ ਹੀ ਹੋਣਾ, ਇਹ ਵੀ ਆਹ ਕੁਛ ਕਰਦਾ ਹੋਣਾ। ਤੇ ਜੇ ਕੋਈ ਬੰਦਗੀ ਕਰਦਾ ਨਾ, ਉਹ ਕਿਸੇ ਬੁਰੇ ਬਾਰੇ ਵੀ ਬੁਰਾ ਨਹੀਂ ਸੋਚ ਸਕਦਾ। ਉਹ ਕਹਿੰਦਾ ਨਹੀਂ ਇਹ ਰੱਬ ਦਾ ਬਣਾਇਆ ਜੀਵ ਹੈ, ਇਹ ਕੀ ਪਤਾ ਇਹਦੀ ਕਿੰਨੀ ਕੁ ਬੰਦਗੀ ਹੋਣੀ, ਕੀ ਪਤਾ ਇਹਦੀ ਕਿੰਨੀ ਕੁ ਭਗਤੀ ਹੋਣੀ, ਕਿਉਂਕਿ ਆਪ ਭਗਤੀ ਕਰਦਾ ਹੈ। ਤੇ ਜਿਹੜਾ ਚੋਰ ਠੱਗ ਹੈ ਉਹ ਦੂਰੋਂ ਕਹਿ ਦਿੰਦਾ ਲੈ ਉਹਦਾ ਠੱਗ ਹੈ, ਇਹ ਕੋਈ ਬੰਦਾ ਹੈ। ਲੋਕੀ ਕਹਿੰਦੇ ਨਾ ਨਿੰਦਿਆ ਕਰਿਆ ਕਰ ਕਿਸੇ ਦੀ, ਨਾ ਮਾੜਾ ਕਿਹਾ ਕਰ। ਕਹਿੰਦਾ ਤੁਹਾਨੂੰ ਕੀ ਪਤਾ, ਮੈਨੂੰ ਪਤਾ, ਕਿਉਂਕਿ ਤਾਂ ਨਜ਼ਰੀਆ ਵੈਸਾ। ਗੁਰੂ ਸਾਹਿਬ ਜੀ ਦੇ ਸਨਮੁਖ ਆ ਕੇ ਕਹਿੰਦਾ ਤੁਸੀਂ ਮਾਣ ਕਰਦੇ ਹੋ। ਮਾਣ ਪਤਾ ਕਿੱਥੇ ਬੋਲਦਾ? ਉਹਨੂੰ ਇਹ ਲੱਗਦਾ ਵੀ ਇੰਨੇ ਸਿੱਧ ਹਾਰ ਕੇ ਇਹਨਾਂ ਤੋਂ ਚਲੇ ਗਏ, ਇਹਨਾਂ ਕੋਲ ਕਰਾਮਾਤ ਵੀ ਹੈ ਤੇ ਮਾਣ ਵੀ ਹੈ। ਪਰ ਮਾਣ ਨਹੀਂ ਗੁਰੂ ਨਾਨਕ ਪਾਤਸ਼ਾਹ ਜੀ, ਉਹ ਤੇ ਨਿਮਾਣਿਆਂ ਦੇ ਮਾਣ ਹਨ। ਨੀਜੇ ਉਪਦੇਸ਼ ਮੇਰੋ ਨਿਕੋ ਸੁਣਾਵਈ। ਮਰਦ ਕਹਿੰਦੇ ਹਾਂਜੀ ਤੇ ਹੁਕਮ ਕਰੋ। ਕੀ ਹੁਕਮ ਹੈ ਤੁਹਾਡਾ? ਅੱਗੋਂ ਪਤਾ ਕੀ ਕਹਿੰਦਾ ਕਨੀਫਾ? ਕਹਿੰਦਾ ਮੈਨੂੰ ਗੁਰੂ ਬਣਾ ਲਓ,
मेरे तो उपदेश लै लो। ये मिठा तां बोलदा है भी आ जिन्ने हार के गए ने आकड़ करके हार के गए ने, जे मैं मिठा बोल के मना ला इन्हां पल्ले बल्ले नहीं है। कई बार हुंदा तुसीं डांग नाल किसी नाल समझौता नहीं कर सकते, जोर नाल नहीं कर सकते, कुछ समझौते बड़े प्यार नाल ही हो जाते हैं, प्रेम दीयां गल्लां नाल ही हो जाते, निबड़ जाते वड्डे वड्डे मसले। गुरु साहब नूं कनीफा आखे कहंदा बाबा मैनू गुरु बना लो, मेरे चेले बन जाओ, बड़ा कुछ देंगा, राज दे देंगा, भाग दे देंगा, पदार्थ दे देंगा, जिंदगी दे सुख ते लम्मी उम्र देंगा। आगे हम आए तो गैल अब जाए। हुण तुसीं आए हो, असीं तुहाडे नाल जिथे कहोगे उत्थे तक चलांगे। गुरु नानक साहब हस के कहंदे होए भोलिया किहड़ी दुनिया च तुरिया फिरदा है, कल्ले आए आ कल्ले ही आना। खुद सतनाम जिस राह तो दुनिया आ रही है, जिस राह ते दुनिया जा रही है, कल्ले कल्ले आना, कल्ले कल्ले जाना है। दसो जी मरन वेले किहदा परिवार नाल जांदा है? आ दुनिया च दी आपां माड़ा काम जाना होवे ना, कई दा मैं कल्ला नहीं जा सकदा, मैनू एक बंदा नाल चाहीदा है, मैं फॉर्म भरन जाना है, मैं फलानी थां जाना, मैनू कल्ले तो नहीं जाया जाना, औखा लगदा है। पर मरन वेले नहीं कोई कहंदा भी मैं परलोक दे राह कल्ला जाना है, धुप छां हनेरा पता नहीं की कुछ होना है, जिथे अपना कोई नहीं उत्थे कल्ले जाना पैंदा है। सतगुर कहंदे कल्ले आए आ कल्ले जाना है। तुसीं कौन हो जो गैल कई रस्ते विच नाल जाओगे? वो कहंदा सी ना असीं तुहाडे हर गैल चलांगे। गैल नाम हुंदा रस्ते दा, राह नूं गैल कहंदे आ। कबीर संत की गैल ना छोड़ी है जो मार्ग लागा जाओ, भी पूरा साधु पूरे संत दा गैल रस्ता ना छोड़ो, पिछे पिछे चली चलो, एक ना एक दिन तुसीं चंगे राह पहुंच जाओगे, रब वाले हो जाओगे। कनीफा आखे तुसीं मेरे नाल नाल चलो, मैं सदा तुहाडे नाल रहांगा। देखे बिना सुने कहो को ऐसे चल जात है। सतगुर कहंदे भाई जिन्हें परलोक वेखिया नहीं, जिन्हें सुनिया नहीं, वो किवें किसे नाल जा सकदा है? गल्लां बहुत गहरियां गुरु पातशाह दीयां, पर वो सिद्ध ते सिद्धियां जिहियां गल्लां करदे आ, क्योंकि उन्हें योग मत च रह के शरीर काबू कीता होया है, शरीर नूं साधिया होया है, मन थोड़ी साधिया सी। मन करके ते हट करी फिरदे आ। गुरुदेव कहंदे आ मन हट किन्ना ना पायो, सब थके कर्म कमाए। भी मन दा हट करके दुनिया रब रब करदी फिरदी है, थक गई दुनिया, रब नहीं किसे नूं मिलिया। आखो सतनाम, क्योंकि वो रब परमात्मा वाहिगुरू हठ दा विषय नहीं है, वो प्रेम दा विषय है। वो हठ करिया नहीं मिलदा, मिलदा प्रेम नाल है, मिलदा प्यार नाल है। ये सिद्ध हठ दी गल सतगुरां अगे करदे भी हठ जोग करो, साडे नाल बह के तपस्या करो, कन्ना विच मुंदरा पावो। नानक है नाम उपदेश तम हान जो। गुरु नानक साहब कहंदे साडा नाम है नानक निरंकारी। असी उपदेश लैण नहीं आए, उपदेश देने आए हैं उस वाहिगुरू परमात्मा दा। सतनाम, वो उपदेश जो अंदर दा नेरा दूर कर दिंदा है, अंदर दा अंधकार पल विच मिटाउंदा है। कहो आन कर ऐसे बर रात है। सतगुर कहंदे हो कनीफिया क्यों इत्थे आके आल गवाल बरडाई जाने। बरडाउणा किहनूं कहंदे आ? बोलना। हुण बाणी बचन करदी आ सुपने हूं बरडाए कै जिह मुख निकसै राम। सुपने च सुता पिया बंदा बरडाउंदा है। बरडाउण दा भाव की है, अर्थ की है? भी जो चित चेते नहीं हुंदा, जो मूँह आया बोली जाना। सुपने च कोई सोच के बोलदा जी, बरडाउंदा है बंदा, किसी नूं गाल भी कढ़ दिंदा है, दुश्मन दा भी नाम लई जांदा है, किसी दियां गल्लां सुणाई जांदा है, उहनूं कहंदे बरडाउणा। मर्द कहंदे क्यों कमलिया वांगू कनीफिया बरडाउंदा फिरदा है? आप सोची च नहीं है तू, एवें जो सुनिया सुनाया अगे आगे सुनाई जाना है, बरडाउणा ही है, क्योंकि मन वस नहीं है, मन टिकाणे नहीं है। मर्द कहंदे कि वो आल पताल दीयां गल्लां करदा है, इन्हां गल्लां विच कख नहीं। देख वे नरिंजन की चाहे और लागी मोको। भाई सानू ते चाह उस निरंजन निरंकार अकाल पुरख दे नाम दी लगी हुई है, जेड़ा बेदाग शख्सियत है, जिन्हों दाग कोई नहीं, जिहदा आकार कोई नहीं। तू साडा गुरु कित्थों हो जाएगा?
सतगुरु कहते असी ते गुरु उस निरंकार नूं बना लिया जो सबना दा यार है। ही के तख्त बिन मन ना ठहरात है। भाई साडा मन ओदे तख्त बिना, ओदे ताज बिना, ओदे प्यार बिना किते नहीं ठहरदा। गुरु नानक साहब महाराज ने बचन कह दिते, उते कहंदा सी मैनू गुरु बना लो, मैं राज दे देंगा, तख्त दे देंगा। सतगुरु कहते नहीं, राज तख्त उस वाहिगुरु दा सानू बख्शिया होया है क्योंकि साडा मन निरंकार है, बेपरवाह है, बेदाग है। हुण सिद्धां नूं ये गल्लां कित्थे समझ आउंदियां जी, जिहड़ा योग मत नाल जुड़िया है वो आत्मक अवस्था थोड़ी जानदा है। सुभाविक गल है जी, किसी बंदे ने जो PhD की है, किसी सिस्टम ते कीती हुई है, किसी ने राजनीति ते कर ली, किसी ने धर्म गुरु ते कर ली, किसी ने किसी कंट्री ते कर ली, फिर वो उन्ना की जानता है। हर बंदा हर चीज बारे नहीं जानता। हुण सिद्धां नूं योग दा ज्ञान है, ਉਹ योग ਵਿੱਚ ਧਨੀ ਨੇ 10 ਤੱਕ ਸਵਾਦ ਚੜਾ ਲੈਂਦੇ ਆ, ਪਰ ਮਨ ਜਿੱਤਣਾ ਥੋੜੀ ਆ ਗਿਆ। ਗੁਰੂ ਸਾਹਿਬ ਨੇ ਜਪਜੀ ਸਾਹਿਬ ਦੀ ਬਾਣੀ 'ਚ ਸਾਰੇ ਤੇ ਜ਼ਿਕਰ ਕੀਤਾ ਹੋਇਆ ਹੈ, ਕਹਿੰਦੇ ਰੌਲਾ ਸਰੀਰ ਜਿੱਤਣ ਦਾ ਨਹੀਂ, ਰੌਲਾ ਤੇ ਮਨ ਜਿੱਤਣ ਦਾ ਏ। ਜਿਹਨੇ ਮਨ ਜਿੱਤ ਲਿਆ ਉਹਨੇ ਸਾਰਾ ਕੁਝ ਜਿੱਤ ਲਿਆ। ਗੁਰੂ ਸਾਹਿਬ ਕਹਿੰਦੇ ਕਿਹੜੇ ਭਰਮ 'ਚ ਭੁੱਲੇ ਫਿਰਦੇ ਹੋ, ਤੁਹਾਡੀਆਂ ਤੇ ਬੱਚਿਆਂ ਵਾਲੀਆਂ ਜਿੱਤਾਂ ਨੇ। ਜਿਵੇਂ ਬੱਚਾ ਜਿੱਦ ਕਰਦਾ ਨਾ ਮੈਨੂੰ ਇਹ ਚੀਜ਼ ਚਾਹੀਦੀ ਹੈ, ਤੁਸੀਂ ਯੋਗੀ ਬਣ ਕੇ योग ਦੀ ਜਿੱਦ ਕਰਦੇ ਹੋ। कैसे मत तोहे कह दीजे सब पास मोहे। सतगुरु कहते तू अपनी मत दस तैनू की चाहिए। प्रसन्न होके मर्द कहते आ, कोई गुस्सा नहीं है, कोई वैर नहीं है। भाई मर्दाना वेखदा है भी ये बंदा सतगुरां दे सामने चलाकी करदा पर मिठे तरीके नाल करदा, छल नाल करदा है। ते गुरु साहब ने उहदा छल पछाणिया। मर्द कहते तू मंग तैनू की चाहिए, जो मंगेगा तेनू अज ही देवांगे। सुन कै कनीफा तब बचन कहात है। सतगुरां दे बचनां नूं सुन के कनीफा सिद्ध मानी मन सोचदा भी लगदा ते भी पहुंची हुई खुदाई है कोई, जिन्हां दीयां गल्लां मेरी समझ तो बाहर ने, क्योंकि उच्चियां ने गल्लां, डाटियां ने गल्लां, वड्डियां ने गल्लां। गुरु नानक साहब दीयां गल्लां ते रब दीयां गल्लां ने। सिद्धां दीयां गल्लां किहड़ियां सी? योग दियां, दुनिया दियां, माया दियां, करामातां दियां, संसार नूं पिछे लाउण दियां ते हंकार दियां। वो सतगुरां नूं कहण लगे आ दोने हाथ जोड़दा ए। कान को छिदावो मुंदरा फटक बनावो। कहंदा ऐ फकीर जी मैं हाथ जोड़ के तुहानूं बेनती करदा, तुसीं गल्लां वड्डियां करदे हो, ਇੰਨੀਆਂ ਵੱਡੀਆਂ ਗੱਲਾਂ ਦੀ ਲੋੜ ਨਹੀਂ। ਮੇਰੇ ਨਾਲ ਚੱਲੋ, ਸੌਖਾ ਜਿਹਾ ਕੰਮ ਹੈ। ਕੰਨ ਨੂੰ ਛਿਦਾ ਲਓ, ਕੰਨਾਂ 'ਚ ਮੁੰਦਰਾਂ ਪਾ ਲਓ, ਤੁਹਾਨੂੰ ਕੱਪੜਾ ਲੈ ਦਿੰਦੇ ਆ, ਤੁਸੀਂ ਚੂੜਾ ਪਾ ਲਓ। ਕਿੰਨਾ ਸੌਖਾ ਕੰਮ ਹੈ। ਜੇ ਤੁਸੀਂ ਮੈਨੂੰ ਗੁਰੂ ਨਹੀਂ ਨਾ ਬਣਾਉਣਾ, ਮੇਰੇ ਗੁਰੂ ਨੂੰ ਗੁਰੂ ਕਰ ਲਓ। ਜੇ ਮੈਨੂੰ ਗੁਰੂ ਨਹੀਂ ਮੰਨਦੇ, ਗੁਰੂ ਗੋਰਖ ਨੂੰ ਆਪਣਾ ਗੁਰੂ ਧਾਰਨ ਕਰੋ। ਔਰ ਕਿੰਥਾ ਗਰ ਪਾਵੋ योग रीत सब लीजिए। जे तुसी योग दी रीत विच आओगे तुहानू सब कुछ सिखा दांगे। गल दे विच खिंथा पा लियो। खिंथा की है? झोली। झोली पा के दर दर ते मंगना सीख लो। सिद्ध की सिखाउंदे आ? मंगना ही ते सिखाउंदे आ। भीख मंगो दर दर ते जाके, रज के खाओ, मन आइयां करो, लोकां नू माड़ा बोलो। सिद्धन में आइए निज मत दूर करिए। सिद्धां दे विच आके अपनी मत छड्ड दिओ। ਵੱਡੀ ਉਮਰ ਤੁਹਾਡੀ ਕਰ ਦਿਆਂਗੇ। ਜੇ ਸਾਡੇ ਗੁਰੂ ਕੋਲ ਆਓਗੇ ਨਾ, ਗੋਰਖਨਾਥ ਕੋਲ, ਤੁਹਾਨੂੰ ਟਿੱਲੇ ਤੇ ਲੈ ਜਾਣਗੇ, ਮੁੰਡਨ ਕਰਨਗੇ, ਤੁਹਾਡੀ ਲੰਬੀ ਆਰਜ਼ੂ ਕਰ ਦੇਣਗੇ। ਹਜ਼ਾਰਾਂ ਸਾਲਾਂ ਦੀ ਉਮਰ ਤੁਹਾਡੀ ਹੋਗੀ, ਤੁਸੀਂ ਛੇਤੀ ਨਹੀਂ ਮਰੋਗੇ। ਹੱਸ ਪਏ ਮਰਦ ਸੁਣ ਕੇ, ਕਹਿੰਦੀ ਉਹੀ ਗੱਲਾਂ ਜਿੰਨੀਆਂ ਕੁ ਪੜ੍ਹੀਆਂ, ਜਿੰਨੀਆਂ ਕੁ ਸਿੱਖੀਆਂ ਨੇ। क्योंकि बंदा ना अपनी अकल तो वध नहीं कदे सोच सकता। मान लो जे किसी बंदे ने ना कोई कोर्स किया है, वो सारी जिंदगी उस कोर्स का ही रट्टा लाई रखता है। वो कहता यार मैं आ कुछ वेखिया, इस तो वध हो ही नहीं सकता, किवें कोई हो जाऊगा। पर एक बंदा ड्यूटल हुंदा है, वो कहता इत्थे कुछ भी हो सकता है, हर चीज हो सकती है। जो मैं सुनिया नहीं, जो मैं वेखिया नहीं, जो इनविजिबल भी है ना, वो भी हो सकता है। अकीदा ही है एक। जगत गुरु गुरु नानक साहब नूं कहंदा गल च खिंथा पा लो, झोली पा लो,
ਤੁਸੀਂ ਮੇਰੇ ਨਾਲ ਚੱਲੋ, ਤੁਹਾਨੂੰ ਲੈ ਚੱਲਣਾ। ਹੁਣ ਬਾਣੀ ਵਿੱਚ ਮਰਦ ਕੀ ਲਿਖਦੇ ਆ? ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ। ਇਹ ਬਚਨ ਕਿੱਥੇ ਉਚਾਰੇ ਨੇ? ਸਿੱਧਾਂ ਦੇ ਘੋੜੇ। ਉਸ ਗੁਰੂ ਜਿਹੜੇ ਸਤਿਗੁਰੂ ਜਪਜੀ ਦੀ ਬਾਣੀ ਵਿੱਚ ਯੋਗ ਦਾ ਖੰਡਨ ਕਰਕੇ ਧਰਮ ਯੋਗ ਦੀ ਗੱਲ ਕਰਦੇ ਆ, ਤੇ ਕਨੀਫਾ ਸਿੱਧ ਉਹਨਾਂ ਨੂੰ ਕਹਿੰਦਾ ਤੁਸੀਂ ਝੋਲੀ ਚੁੱਕ ਲਓ। ਇਸੇ ਕਰਕੇ ਯੋਗੀ ਤੇ ਫਕੀਰ ਝੋਲੀ ਚੁੱਕ ਹੁੰਦੇ ਆ ਵੀ ਝੋਲਾ ਚੁੱਕੋ ਅਗਲੇ ਪਿੰਡ ਸਹੀ ਸਾਨੂੰ ਕੀ ਕੋਈ ਉਜੜੇ ਕੋਈ ਵਸੇ। ਕਹਿੰਦਾ ਕੰਨਾਂ 'ਚ ਪਾ ਲਓ ਮੁੰਦਰਾਂ, ਪੈਰ 'ਚ ਖੜਾਵਾਂ ਪਾ ਲਓ। ਭੀਖ ਮੰਗ ਮੰਗ ਖਈਏ ਤਨ ਭਸਮ ਲਗੀਜੀਏ। ਤਨ ਤੇ ਭਸਮ ਲਾ ਲਓ ਤੇ ਭੀਖ ਮੰਗ ਮੰਗ ਕੇ ਖਾਓ। ਤੇ ਗੁਰੂ ਬਾਬਾ ਜੀ ਕੀ ਸਮਝਾਉਂਦੇ ਆ? ਹਮ ਭੀਖਕ ਭੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਦਾ ਹੋ ਦਇਆਲ ਮੰਗਤ ਜਨ ਆਪਣੇ ਕੋ। ਕਹਿੰਦੇ ਤੂੰ ਤੇ ਦਾਦਾ ਹੈ, ਅਸੀਂ ਮੰਗਦੇ ਆ ਤੇਰੇ। ਪਰ ਇਹ ਸਿੱਧ ਕੀ ਕਹਿੰਦੇ ਆ? ਕਹਿੰਦੇ ਭੀਖ ਮੰਗਿਆ। ਕਿਹਨਾਂ ਤੋਂ ਮੰਗਣੀ ਭੀਖ? ਲੋਕਾਂ ਤੋਂ। ਜਿਨ੍ਹਾਂ ਲੋਕਾਂ ਨੂੰ ਜਾ ਕੇ ਕਹਿਣਾ ਵੀ ਔਰਤ ਦੇ ਹੱਥ ਦਾ ਨਹੀਂ ਖਾਣਾ, ਔਰਤ ਮਾੜੀ ਹੈ, ਕਹਿੰਦੇ ਉਸੇ ਦੇ ਘਰ ਤੋਂ ਜਾ ਕੇ ਸਿੱਧ ਆਵਾਜ਼ ਮਾਰ ਕੇ ਮੰਗਦਾ, ਓਏ ਭਾਗਾਂ ਵਾਲਿਓ ਯੋਗੀ ਆਇਆ ਕੋਈ ਪੱਲੇ ਪਾ ਦੇ। ਗੁਰੂ ਬਾਬਾ ਜੀ ਕਹਿੰਦੇ ਤੁਸੀਂ ਤੇ ਮੰਗਤਿਆਂ ਦੇ ਮੰਗਤੇ ਬਣ ਗਏ। ਕਹਿੰਦਾ ਭੀਖ ਮੰਗਿਆ ਕਰੋ, ਝੋਲੀ ਪਾ ਲਓ, ਖਿੰਥਾ ਪਾ ਲਓ, ਤੇ ਤੁਸੀਂ ਦਰ ਦਰ ਤੇ ਫਿਰੋਗੇ, ਤੁਹਾਡਾ ਰੁਤਬਾ ਵੱਡਾ ਹੋਏਗਾ। ਸਤਿਗੁਰੂ ਹੱਸੀ ਜਾ। ਕਨੀਫਾ ਕਹਿੰਦਾ ਹੱਸਦੇ ਕਿਉਂ? ਮਰਦ ਕਹਿੰਦੇ ਤੂੰ ਮਸ਼ਕਰੀਆਂ ਕਰਦਾ, ਮਸ਼ਕਰੀਆਂ ਕਰਦਾ। ਕਹਿੰਦਾ ਨਹੀਂ ਬਾਬਾ, ਮੈਂ ਤੁਹਾਨੂੰ ਸਿੱਧ ਬਣਨ ਵਾਸਤੇ ਕਹਿਣਾ, ਯੋਗੀ ਬਣਨ ਵਾਸਤੇ ਕਹਿਣਾ। ਮਰਦ ਕਹਿੰਦੇ ਯੋਗੀ ਬਣਾਉਣਾ ਕਿ ਮੰਗਤਾ ਬਣਾਉਣਾ ਹੈ? ਯੋਗੀ ਬਣਾਉਣਾ ਆ ਜਾਂ ਮੰਗਤਾ ਬਣਾਉਣਾ ਹੈ? ਕਹਿੰਦਾ ਜੀ ਯੋਗੀਆਂ ਦੀਆਂ ਨਿਸ਼ਾਨੀਆਂ ਨੇ, ਤੁਸੀਂ ਦਰ ਦਰ ਤੇ ਫਿਰੋਗੇ, ਲੋਕੀ ਮੱਥੇ ਟੇਕਣਗੇ। ਜਰਾ ਦੁੱਖ ਜਾਏ ਉਹ ਹੈ ਕਾਲ ਨਹਿ ਆਏ ਤੋਹੇ। ਸਤਿਗੁਰ ਕਹਿੰਦੇ ਕੀ ਫਾਇਦਾ ਹੋਏਗਾ ਯੋਗੀ ਬਣ ਕੇ? ਕਹਿੰਦਾ ਜੀ ਤੁਹਾਨੂੰ ਕਾਲ ਨਹੀਂ ਪੋ ਸਕਦਾ। ਸੁਣਿਆ ਕੋਹੇ ਨਾ ਸਕੈ ਕਾਲ। ਕਹਿੰਦਾ ਤੁਹਾਡੇ ਤੇ ਕਾਲ ਨਹੀਂ ਵਿਆਪੇਗਾ, ਮੌਤ ਨਹੀਂ ਆਏਗੀ, ਸਦਾ ਜਵਾਨ ਰਹੋਗੇ। ਮਰਦ ਹੱਸੀ ਜਾਣ। ਕਹਿੰਦੇ ਵਾਹ ਵੇ ਜੋਗੀਆ, ਤੁਸੀਂ ਤੇ ਰੱਬ ਤੋਂ ਵੱਡੇ ਹੋ ਗਏ। ਮੌਤ ਅਟਲ ਹੈ। ਮਰਦ ਪਹਿਲਾਂ ਕਹਿ ਕੇ ਹਟਿਆ ਮੌਤ ਨੂੰ ਕੋਈ ਟਾਲ ਨਹੀਂ ਸਕਦਾ। ਹਜ਼ਾਰਾਂ ਸਾਲਾਂ ਦੇ ਸਵਾਸ ਖਿੱਚ ਕੇ ਲੰਮੀ ਉਮਰ ਕਰ ਸਕਦੇ ਹੋ। ਕਦੇ ਕੋਈ ਵੇਖਿਆ ਵੀ ਯੋਗੀ ਮਰਿਆ ਨਾ ਹੋਵੇ? ਅੱਜ ਵੀ ਮਰਦੇ ਆ। ਤੇ ਯੋਗੀਆਂ ਤੋਂ ਲੋਕ ਡਰਦੇ ਫਿਰਦੇ, ਮੱਥੇ ਟੇਕਦੇ ਫਿਰਦੇ। ਕਹਿੰਦੇ ਬਾਬਾ ਸਾਡੇ ਤੇ ਕਿਰਪਾ ਕਰੋ। ਕਹਿੰਦਾ ਫਿਰ ਬੀਬਾ ਯੋਗੀ ਨੂੰ ਆਟਾ ਪਾ, ਯੋਗੀ ਨੂੰ ਰੋਟੀ ਖਵਾ। ਜਿਹੜਾ ਆਪ ਕਿਸੇ ਦੀ ਰੋਟੀ ਦੇ ਸਹਾਰੇ ਤੁਰਿਆ ਫਿਰਦਾ ਝੋਲੀ ਚੁੱਕ ਕੇ, ਤੇ ਤੂੰ ਉਹਨੂੰ ਸ਼ਹਿਨਸ਼ਾਹ ਬਣਾਈ ਫਿਰਦਾ, ਤੈਨੂੰ ਕੀ ਦੇ ਸਕਦਾ ਹੈ? ਕੱਖ ਨਹੀਂ ਦੇਣਾ ਉਹਨੇ ਤੈਨੂੰ। ਜੋ ਆਪ ਤੇਰੇ ਦਰਵਾਜ਼ੇ ਤੇ ਖੜ ਕੇ ਮਨਾ ਆਪਣੀ ਢਿੱਡ ਨੂੰ ਵੇਖ ਕੇ ਆਪਣੀ ਜ਼ਿੰਦਗੀ ਵੇਖਦਾ, ਜੇ ਰੋਟੀ ਮਿਲ ਜੇ ਤੇ ਅੱਜ ਨੀਂਦ ਆ ਚੰਗੀ, ਪੇਟ ਭਰ ਕੇ ਸੌਂਗੇ। ਜਿਹਨੂੰ ਰੱਬ ਤੇ ਐਤਬਾਰ ਨਹੀਂ, ਤੇਰੀ ਝੋਲੀ ਕੀ ਮਨਾ ਭਰ ਦੂਗਾ ਸਤਿਨਾਮ। ਜਿਹੜਾ ਬੰਦਾ ਰੱਬ ਤੇ ਭਰੋਸਾ ਨਹੀਂ ਕਰਦਾ, ਜਿਹੜਾ ਭਰੋਸਾ ਕਰਦਾ ਉਹ ਕਿਰਤ ਕਰਦਾ, ਦਰ ਦਰ ਥੋੜਾ ਮੰਗਦਾ। ਦਰ ਦਰ ਮੰਗਣ ਵਾਲਾ ਕੌਣ ਹੈ? ਮੰਗਤਾ। ਜੇ ਹੁਣ ਕੋਈ ਮੰਗਤੇ ਤੂੰ ਅਸੀਸ ਮੰਗਣ ਲੱਗ ਜੇ ਤੇ ਉਹ ਤੋਂ ਵੱਡਾ ਕੋਈ ਮੰਗਤਾ ਹੈ? ਕੋਈ ਯੋਗੀ ਵਿਚਾਰਾ ਤੁਰਿਆ ਫਿਰਦਾ, ਲੋਕੀ ਕਹਿੰਦੇ ਬਾਬਾ ਹੱਥ ਵੇਖ ਕੇ ਦੱਸ ਕੁਛ ਹੈ ਹੱਥ 'ਚ? ਅੰਦਰੋਂ ਅੰਦਰ ਸੋਚਦਾ ਵੀ ਜੇ ਹੱਥ 'ਚ ਯੋਗੀ ਦੇ ਹੁੰਦਾ ਤੇ ਤੇਰੇ ਦਰਵਾਜ਼ੇ ਗਾਂ ਪੈਂਦਾ। ਤੂੰ ਤੇ ਯੋਗੀ ਤੋਂ ਵੱਡਾ ਨੰਗ ਹੈ, ਤੂੰ ਤੇ ਯੋਗੀ ਤੋਂ ਵੱਡਾ ਮੰਗਤਾ ਹੈ, ਜਿਹੜਾ ਨੂੰ ਹੱਥ ਵਿਖਾ ਕੇ ਕਹਿੰਦਾ ਵੇਖ ਮਾਇਆ ਹੈਗੀ ਕਿਤੇ। ਜੇ ਯੋਗੀ ਨੂੰ ਮਾਇਆ ਦਿਸਦੀ ਹੁੰਦੀ ਤੇ ਉਹ ਆਪਣੀ ਵੇਖ ਲੈਂਦਾ, ਆਪਣੀ ਮਾਇਆ ਸੰਭਾਲ ਲੈਂਦਾ। ਗੁਰੂ ਨਾਨਕ ਪਾਤਸ਼ਾਹ ਨੇ ਤਰਕ ਦਿੱਤੇ, ਕਹਿੰਦੇ ਉਹ ਕਨੀਫਿਆ ਭਰਮਾਂ ਦੇ ਜਾਲ ਤੋਂ ਬਾਹਰ ਆਇਆ, ਕਿਹੜੀ ਦੁਨੀਆ 'ਚ ਭਰਮਿਆ ਫਿਰਦਾ ਏ। ਨਾਮ ਪ੍ਰਗਟਾਏ ਜਗ ਐਸੀ ਬਿਦ ਕੀਜੀਏ। ਗੁਰੂ ਸਾਹਿਬ ਕਹਿੰਦੇ ਸਾਨੂੰ ਲੋੜ ਨਹੀਂ ਵੀ ਜੱਗ ਤੇ ਸਾਡਾ ਨਾਮ ਹੋਵੇ ਤੇ ਜੱਗ ਵਿੱਚ ਪ੍ਰਗਟ ਹੋਵੇ। ਸਾਹਿਬ ਕਹਿੰਦੇ ਨਾਮ ਤੇ ਇੱਕ ਦਾ ਹੀ ਰਹਿਣਾ ਹੈ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ, ਇੱਕ ਪਰਮੇਸ਼ਰ ਨੇ ਰਹਿਣਾ ਹੈ। ਕਨੀਫਾ ਯੋਗੀ ਨਾ ਸਤਿਗੁਰਾਂ ਨੂੰ ਮਿੱਠਾ ਜਿਹਾ ਹੋ ਕੇ ਮਨਾਉਣਾ ਚਾਹੁੰਦਾ ਹੈ ਵੀ ਇਹ ਜਿੱਦ ਬਹਿਸ 'ਚ ਤਾਂ ਨਹੀਂ ਹਾਰਦੇ, ਮਿੱਠੇ ਬੋਲਾਂ ਵਿੱਚ ਹਾਰ ਜਾਣਗੇ। ਜੀ ਮੈਂ ਵਿਚਾਰ ਕਰ ਲੀਜੇ ਮਤ ਧਾਰ ਬਰ। ਇੰਨੇ ਬਦਨ ਸਤਿਗੁਰਾਂ ਨੂੰ ਕਹਿ ਕੇ ਕਨੀਫਾ ਉੱਠ ਗਿਆ, ਗੇੜਾ ਜਾ ਲਾ ਕੇ ਕਹਿੰਦਾ ਫਕੀਰੋ ਸੋਚ ਲੋ, ਮੌਕਾ ਤੁਹਾਡੇ ਕੋਲੇ।
ਅੱਜ ਯੋਗੀ ਦੀ ਮੰਨ ਲਓਗੇ ਬੜਾ ਕੁਝ ਪ੍ਰਾਪਤ ਕਰ ਲਓਗੇ। ਰਿੱਧੀਆਂ ਸਿੱਧੀਆਂ ਤੁਹਾਡੇ ਅੱਗੇ ਪਿੱਛੇ ਹੋਣਗੀਆਂ। ਹੋਏ ਕੈ ਅਮਰ ਜਸ ਸੁਦਾ ਕਿਉਂ ਨਾ ਪੀਜੀਏ। ਕਿਉਂ ਤੁਸੀਂ ਅਮਰ ਨਹੀਂ ਹੋਣਾ ਚਾਹੁੰਦੇ? ਕਿਉਂ ਅੰਮ੍ਰਿਤ ਪੀਣਾ ਨਹੀਂ ਚਾਹੁੰਦੇ? ਕਿਉਂਕਿ ਯੋਗੀ ਕਹਿੰਦੇ ਆ ਅਨਹਦ ਦਾ ਨਾਦ ਵੱਜਦੇ ਆ, ਨਾਮ ਜਪਾਂਗੇ ਸੁਰਤ ਚੋਂ ਆਵਾਜ਼ ਸੁਣੂਗੀ। ਇਹ ਬੜੇ ਛੋਟੇ ਦਰਜੇ ਦੀਆਂ ਗੱਲਾਂ ਨੇ। ਇਹ ਚੀਜ਼ਾਂ ਬੰਦੇ ਨੂੰ ਸਰੀਰ ਚ ਉਲਝਾਈ ਰੱਖਦੀਆਂ। ਮੇਰਾ ਸਵਾਸ ਚੜ ਗਿਆ, ਮੇਰਾ ਸਵਾਸ ਰੱਥ ਗਿਆ। ਹਿਰਦੇ ਦਾ ਸਵਾਸਾਂ ਨਾਲ ਕੀ ਲੈਣ ਦੇਣਾ? ਇਹ ਤੇ ਜਦੋਂ ਸਵਾਸ ਨਹੀਂ ਹੋਣਗੇ ਮਨ ਤੇ ਉਦੋਂ ਵੀ ਹੋਏਗਾ। ਜਦ ਸਵਾਸ ਮੁੱਕ ਜਾਣਗੇ ਆਤਮਾ ਤੇ ਉਦੋਂ ਵੀ ਰਹੇਗੀ। ਗੁਰੂ ਬਾਬਾ ਜੀ ਤੇ ਹਿਰਦੇ ਦੀ ਗੱਲ ਕਰਦੇ ਆ, ਆਤਮਿਕ ਮੰਡਲ ਦੀ ਗੱਲ ਕਰਦੇ ਆ। ਯੋਗੀ ਗੱਲਾਂ ਸਾਹਾਂ ਦੀਆਂ ਕਰੀ ਜਾਂਦੇ। ਇੱਕ ਸਾਹ ਖਿੱਚ, ਸਾਹ ਛੱਡ, ਸਾਹ ਖਿੱਚ, ਸਾਹ ਛੱਡ। ਮਰਦ ਕਹਿੰਦੇ ਸਾਹ ਵੀ ਮਿੱਟੀ ਤੇ ਸਰੀਰ ਵੀ ਮਿੱਟੀ ਹੈ, ਇਹਨਾਂ 'ਚ ਕੁਛ ਨਹੀਂ ਮਿਲਣਾ। ਸੋਚ ਲਿਆ ਸੀ ਨੇ। ਸਾਹਿਬ ਕਹਿੰਦੇ ਸਾਨੂੰ ਨਹੀਂ ਲੋੜ ਕਿਸੇ ਦੀ। ਕਹਿੰਦਾ ਨਹੀਂ ਜੀ, ਮੁਫਤ 'ਚ ਤੁਹਾਨੂੰ ਗੁਰੂ ਮਿਲਦਾ ਹੈ, ਕਿਉਂ ਲਾਭ ਨਹੀਂ ਲੈਂਦੇ? ਮੋਹ ਮਾਨ ਚੀਰ ਕਾਨ ਮੁੰਦਰਾ ਹੈ ਗਰੀਬੀ ਗਿਆਨ। ਸਤਿਗੁਰ ਕਹਿੰਦੇ ਅਸੀਂ ਗਰੀਬੀ ਦੀ ਮੁੰਦਰਾ ਪਾਈ ਹੈ ਤੇ ਮੋਹ ਦੇ ਕੰਨ ਚੀਰ ਦਿੱਤੇ। ਮੋਹ ਛੱਡਤਾ, ਕੰਨਾਂ ਨੂੰ ਚੀਰਾ ਲੈ ਲਿਆ। ਅੰਤਰੀ ਭਾਵ ਸੀ ਸਤਿਗੁਰਾਂ ਦਾ। ਕਹਿੰਦੇ ਆ ਗਰੀਬੀ ਦੀ ਖਿੰਥਾ ਪਾਈ ਫਿਰਦੇ ਆ ਯੋਗ ਹੈ ਸਾਡੇ ਕੋਲ, ਰੱਬ ਦੇ ਨਾਮ ਦਾ ਯੋਗੀ ਆ। ਜੇ ਤੇਰੇ ਕੋਲ ਹੈ ਤੇ ਤੇਰੇ ਨਾਲ ਤੁਰਦੇ ਆ। ਦੱਸ ਤੂੰ ਇਹ ਯੋਗ ਕਮਾ ਸਕਦਾ? ਬਾਣੀ ਦਾ ਫੈਸਲਾ ਨਾ, ਗੱਲੀ ਯੋਗ ਨਾ ਹੋਈ। ਏਕ ਦ੍ਰਿਸ਼ਟ ਕਰ ਸੰਸਰ ਜਾਣੈ ਜੋਗੀ ਕਹੀਐ ਸੋਈ। ਸਤਿਗੁਰ ਕਹਿੰਦੇ ਜੋ ਇੱਕ ਨਜ਼ਰ ਨਾਲ ਸਾਰੇ ਸੰਸਾਰ ਨੂੰ ਵੇਖਦਾ ਭਾਈ ਯੋਗੀ ਤੇ ਉਹ ਹੈ। ਗੱਲਾਂ ਨਾਲ ਯੋਗ ਕਮਾਇਆ ਜਾਂਦਾ ਨਹੀਂ। ਧਿਆਨ ਕੀ ਸਰੀਰ ਕਿੰਥਾ ਸਦਾ ਜੋ ਅਨਾਸ਼ ਹੈ। ਭਾਈ ਧਿਆਨ ਕੀ ਸਰੀਰ ਖਿੰਥਾ। ਧਿਆਨ ਦੀ ਅਸੀਂ ਝੋਲੀ ਪਾਈ ਹੋਈ ਹੈ, ਜਿਹ 'ਚ ਮੰਗ ਰਹੇ ਆ। ਮੰਗਦੇ ਕੀ ਆ? ਪਰਮੇਸ਼ਰ ਦਾ ਨਾਮ, ਉਹਦੀ ਯਾਦ, ਉਹਦਾ ਪ੍ਰੇਮ। ਸਾਹਿਬ ਕਹਿੰਦੇ ਅਸੀਂ ਤੇ ਸਦਾ ਇਸ ਯੋਗ 'ਚ ਰਹਿੰਦੇ ਆ। ਸਾਡੇ ਕੋਲ ਤੇ ਸਾਰਾ ਕੁਝ ਹੀ ਹੈ, ਪਰ ਯੋਗੀਆ ਤੇਰੇ ਯੋਗ ਵਾਸਤੇ ਸਾਡੀ ਜ਼ਿੰਦਗੀ ਵਿੱਚ ਕੋਈ ਥਾਂ ਨਹੀਂ। ਸਾਨੂੰ ਇਹ ਕਬੂਲ ਨਹੀਂ। ਪਸਮ ਸੰਤੋਖ ਭੀਖ ਲੀਨੀ ਸੁਨ ਮੰਡਲ ਕੀ। ਅਸੀਂ ਸੁਨ ਮੰਡਲ ਦੀ ਭੀਖ ਮੰਗਦੇ ਆ ਤੇ ਤਾਨੇ ਉੱਤੇ ਲਾਈ ਹੋਈ ਜਿਹੜੀ ਸਾਡੀ ਸਵਾਹ ਹੈ ਨਾ, ਉਹ ਸੰਤੋਖ ਦੀ ਹੈ। ਸੰਤੋਖ। ਹੁਣ ਸੰਤੋਖੀ ਬੰਦੇ ਨੂੰ ਕੋਈ ਲਾਲਚ ਨਹੀਂ ਹੁੰਦਾ। ਅੱਗ ਦੇ ਜਲਣ ਤੋਂ ਬਾਅਦ, ਲੱਕੜਾਂ ਬਾਲਣ ਖਤਮ ਹੋਣ ਤੋਂ ਬਾਅਦ ਕੀ ਬਚਦਾ ਹੈ? ਸਵਾਹ। ਸਤਿਗੁਰ ਕਹਿੰਦੇ ਸਾਡੇ ਕੋਲ ਸੰਤੋਖ ਹੈ। ਸਵਾਹ ਦੀ ਕੋਈ ਡਿਮਾਂਡ ਨਹੀਂ ਹੁੰਦੀ, ਸਵਾਹ ਦੀ ਕੋਈ ਇੱਛਾ ਨਹੀਂ ਹੁੰਦੀ। ਗੁਰੂ ਸਾਹਿਬ ਕਹਿੰਦੇ ਸੰਤੋਖ ਹੈ, ਇਸ ਕਰਕੇ ਸਾਨੂੰ ਕੋਈ ਲਾਲਚ ਨਹੀਂ, ਕੋਈ ਚਾਹਤ ਨਹੀਂ। ਤੁਸੀਂ ਕੰਨਾਂ 'ਚ ਮੁੰਦਰਾ ਪਾਈ ਫਿਰਦੇ ਹੋ, ਅਸੀਂ ਮੋਹ ਨੂੰ ਛੇਦ ਲਿਆ, ਮੋਹ ਨੂੰ ਬਿੰਦ ਲਿਆ ਏ। ਨਾਮ ਲਿਵ ਲਾਗੀ ਜਾਮੇ ਦੇਖਿਓ ਸੁਖ ਰਸ ਹੈ। ਤੇ ਸਾਡਾ ਤੇ ਦਿਨ ਰਾਤ ਸੁੱਖਾਂ ਨਾਲ ਬਤੀਤ ਹੁੰਦਾ, ਕਿਉਂਕਿ ਸਾਡੀ ਲਿਵ ਉਸ ਪਰਮਾਤਮਾ ਦੇ ਨਾਮ ਨਾਲ ਜੁੜੀ ਹੋਈ ਹੈ। ਅਸੀਂ ਤੇ ਨਾਮ ਜਪ ਰਹੇ ਹਾਂ, ਨਾਮ ਨਾਲ ਜੁੜੇ ਹੋਏ ਆ। ਜੇ ਤੇ ਕਨੀਫਿਆ ਤੇਰੇ ਕੋਲ ਨਾਮ ਹੈ, ਰੱਬ ਦੀ ਬੰਦਗੀ ਹੈ, ਤੇਰੇ ਕੋਲ ਹਿਰਦੇ ਦਾ ਯੋਗ ਹੈ, ਤੇ ਆਪ ਆ ਸਾਡੇ ਕੰਨਾਂ ਵਿੱਚ ਮੁੰਦਰਾ। ਜੇ ਨਹੀਂ ਤੇ ਫਿਰ ਚਲਿਆ ਜਾ। ਜਦੋਂ ਸਤਿਗੁਰਾਂ ਦੇ ਬਚਨ ਸੁਣੇ ਉਹਨੇ ਵੇਖਿਆ ਵੀ ਸਾਡਾ ਯੋਗ ਤੇ ਗੱਲਾਂ ਬਾਤਾਂ ਵਾਲਾ ਹੈ। ਆਹ ਤੇ ਗੱਲਾਂ ਹੀ ਬੜੀਆਂ ਗਹਿਰੀਆਂ ਕਰਦੇ ਆ। ਸ਼ਰਮਿੰਦਾ ਜਿਹਾ ਹੋ ਗਿਆ, ਹੱਥ ਜੋੜ ਕੇ ਕਹਿੰਦਾ ਜੀ ਫਿਰ ਤੁਸੀਂ ਸਾਨੂੰ ਕਬੂਲ ਨਹੀਂ ਕਰਦੇ? ਸਤਿਗੁਰ ਕਹਿੰਦੇ ਕਬੂਲ ਤੇ ਇੱਕ ਪਰਮਾਤਮਾ ਹੈ, ਇੱਕ ਨਿਰੰਕਾਰ ਹੈ, ਇੱਕ ਵਾਹਿਗੁਰੂ ਹੈ, ਉਹਦਾ ਨਾਮ ਹੈ। ਕਨੀਫਿਆ ਤੇਰੇ ਵਰਗੇ ਬੜੇ ਆਏ ਤੇ ਬੜੇ ਤੁਰ ਗਏ, ਦੁਨੀਆ ਤੇ ਨਾਮ ਵੀ ਨਹੀਂ ਰਿਹਾ। ਸਤਿਨਾਮ। ਸੁਣ ਕੇ ਸਤਿਗੁਰਾਂ ਦੇ ਬਚਨ ਸ਼ਰਮਿੰਦਾ ਹੋਇਆ, ਹੱਥ ਜੋੜ ਕੇ ਮਾਫੀ ਮੰਗਦਾ ਹੈ। ਕਹਿੰਦਾ ਜੀ ਇਸ ਨਾਮ ਬਾਰੇ ਮੈਨੂੰ ਵੀ ਦੱਸ ਦਿਓ। ਸੋ ਸਮਾਂ ਸਮਾਪਤ ਹੈ। ਜਿਵੇਂ ਜਿਵੇਂ ਅਗਲਾ ਸਫ਼ਰ ਆਏਗਾ ਕੱਲ ਦੇ ਦੀਵਾਨਾਂ 'ਚ ਸਰਵਣ ਕਰਾਂਗੇ। ਵਾਹਿਗੁਰੂ ਵਾਹਿਗੁਰੂ।